जी आए नू प्यारे विद्यार्थियों 8th क्लास दी साइंस दी बुक दा चैप्टर नंबर 18 पोल्यूशन ऑफ एयर एंड वाटर। इस दे नोट्स ਅਤੇ कीवर्ड्स ਅਸੀਂ ਪਹਿਲੇ ਕਰ ਚੁੱਕੇ ਹਾਂ। ਸੋ ਆਓ ਇਸ ਵੀਡੀਓ ਵਿੱਚ ਇਸ ਚੈप्टर ਦੀ ਜੋ ਐਕਸਰਸਾਈਜ਼ਸ ਨੇ ਉਹਦੇ ਕੁਐਸਚਨਸ ਉਹਦੇ ਸੋਲੂਸ਼ਨਸ ਕਰੀਏ। ਸੋ ਤੁਸੀਂ ਸਾਰੇ ਆਪਣੀ ਨੋਟਬੁੱਕ ਲੈ ਲਓ, ਪੈਨ ਲੈ ਲਓ ਤੇ ਜਿਹੜੇ ਆਨਸਰਸ ਤੁਹਾਡੇ ਲਈ ਤਿਆਰ ਕੀਤੇ ਗਏ ਨੇ ਤੁਸੀਂ ਉਹਨਾਂ ਨੂੰ ਕਾਪੀ ਡਾਊਨ ਕਰ ਲੈਣਾ ਹੈ ਤੇ ਬਾਅਦ ਚੋਂ ਉਹਨਾਂ ਦੀ ਰਿਵੀਜ਼ਨ ਵੀ ਕਰ ਲੈਣੀ ਹੈ। ਸੋ ਉਸ ਤੋਂ ਬਾਅਦ ਤੁਸੀਂ ਜਿਹੜਾ ਆਪਣਾ ਚੈਪਟਰ ਹੈ ਕਿਤਾਬ ਦਾ ਉਹਦੀ ਰੀਡਿੰਗ ਵੀ ਘੱਟ ਤੋਂ ਘੱਟ ਇੱਕ ਵਾਰ ਜ਼ਰੂਰ ਕਰ ਲੈਣੀ ਹੈ। ਨੋਟਸ ਦੀ ਵੀਡੀਓ ਦੇਖਣ ਤੋਂ ਬਾਅਦ ਐਕਸਰਸਾਈਜ਼ ਦੀ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਦੇਖੋਗੇ ਕਿ ਜਿਸ ਲਈ ਤੁਸੀਂ ਚੈਪਟਰ ਪੜ੍ਹੋਗੇ ਉਹ ਤੁਹਾਨੂੰ ਬਹੁਤ ਆਸਾਨੀ ਦੇ ਨਾਲ ਸਾਰਾ ਸਮਝ ਆ ਜਾਏਗਾ ਤੇ ਨਾਲ ਤੁਹਾਡੀ ਰਿਵੀਜ਼ਨ ਵੀ ਹੋ ਜਾਏਗੀ। ਸੋ ਲੈਟ ਅਸ ਗੈਟ ਸਟਾਰਟਡ। Question number 1. What are the different ways in which water gets contaminated? Contaminated ਦਾ ਮਤਲਬ ਹੁੰਦਾ ਹੈ polluted, ਅਸ਼ੁੱਧ ਹੋ ਜਾਣਾ। ਉਹ ਕਿਹੜੇ ਢੰਗ ਨੇ, ਕਿਹੜੇ ਤਰੀਕੇ ਨੇ ਜਿਹਦੇ ਨਾਲ ਪਾਣੀ ਜਿਹੜਾ ਹੈ ਉਹ ਅਸ਼ੁੱਧ ਹੋ ਜਾਂਦਾ ਹੈ, ਗੰਦਾ ਹੋ ਜਾਂਦਾ ਹੈ। ਸੋ ਦੇਖੀਏ, ਵਾਟਰ ਗੈਟਸ ਕੰਟੈਮੀਨੇਟਿਡ ਇਨ ਫੋਲੋਇੰਗ ਵੇਜ਼। ਹੇਠ ਲਿਖੇ ਤਰੀਕਿਆਂ ਦੇ ਨਾਲ ਪਾਣੀ ਗੰਦਾ ਹੁੰਦਾ ਹੈ। ਡਿਸਪੋਜ਼ਲ ਆਫ ਗਾਰਬੇਜ, ਗਾਰਬੇਜ ਹੁੰਦਾ ਹੈ ਗੰਦ ਮੰਦ, ਠੀਕ ਹੈ, ਜਿਹੜਾ ਸਾਡੇ ਘਰਾਂ ਦਾ ਗੰਦ ਮੰਦ ਹੁੰਦਾ ਖਾਣ ਪੀਣ ਦਾ ਜਾਂ ਸਾਫ ਸਫਾਈ ਦਾ। ਉਹ ਬੰਦੇ ਕਈ ਵਾਰ ਸਿੱਧਾ ਨਦੀਆਂ ਵਿੱਚ, ਚੋ ਵਿੱਚ ਜਾਂ ਛੱਪੜ ਵਿੱਚ, ਪੌਂਡ ਵਿੱਚ, ਵਾਟਰ ਬੋਡੀ ਵਿੱਚ ਸੁੱਟ ਦਿੰਦੇ ਨੇ। ਆਈਡੋਲਸ ਹੁੰਦੇ ਬੁੱਤ, ਗੋਡਸ ਐਂਡ ਗੋਡਿਸਿਸ। ਸਾਡੇ ਇੰਡੀਆ ਵਿੱਚ ਬੁੱਤ ਪੂਜਾ ਦਾ ਬੜਾ ਰਿਵਾਜ ਹੈਗਾ ਹੈ। ਸੋ ਲੋਕ ਜਿਹੜੀ ਬੁੱਤ ਪੂਜਾ ਕਰਦੇ ਨੇ ਉਹ ਫਿਰ ਜਿਹੜੇ ਬੁੱਤ ਬਣ ਜਾਂਦਾ ਹੈ, ਪੂਜਾ ਤੋਂ ਬਾਅਦ ਫਿਰ ਉਹਨੂੰ ਪਾਣੀ ਵਿੱਚ ਸੁੱਟ ਦਿੰਦੇ ਨੇ। ਸੋ ਜਿਹੜੇ ਬੁੱਤ ਹੈਗੇ ਨੇ ਉਹ 'ਚ ਕਈ ਪਲਾਸਟਿਕ ਦੀ ਚੀਜ਼ਾਂ ਲੱਗੀਆਂ ਹੁੰਦੀਆਂ, ਪੇਂਟਸ ਜਿਹੜੇ ਲੈਡ ਬੇਸਡ, ਮਰਕਰੀ ਬੇਸਡ ਉਹ ਜਿਹੜੇ ਪੇਂਟ ਨੇ ਜਿਹਨਾਂ ਨੂੰ ਰੰਗ ਰੋਗਨ ਕਰਕੇ ਜਿਹੜੇ ਬੁੱਤ ਤਿਆਰ ਕੀਤੇ ਜਾਂਦੇ ਨੇ ਦੇਵੀ ਦੇਵਤਿਆਂ ਦੇ, ਉਹ ਪੇਂਟ ਵਿੱਚ ਮਰਕਰੀ ਹੁੰਦਾ ਹੈ ਜਿਹਨੂੰ ਅਸੀਂ ਕਹਿੰਦੇ ਪਾਰਾ ਕਹਿ ਦਿੰਦੇ ਹਾਂ, ਲੈਡ ਹੁੰਦਾ ਹੈ, ਉਹ ਬੜਾ ਜ਼ਹਿਰੀਲੀ ਚੀਜ਼ਾਂ ਹੈਗੀਆਂ ਤੇ ਹੋਰ ਬੜੇ ਸਾਰੇ ਕੈਮੀਕਲਸ ਤੋਂ ਜਿਹੜੇ ਪੇਂਟ ਬਣਦੇ ਨੇ ਉਹ ਸਿੱਧਾ ਪਾਣੀ ਵਿੱਚ ਸੁੱਟਿਆ ਜਾਂਦਾ ਹੈ। ਪੋਲੀਥੀਨ ਬੈਗਸ ਇੱਕ ਹੈ ਬੜੀ ਵੱਡੀ ਮੁਸੀਬਤ ਹੈ। ਪੋਲੀਥੀਨ ਬੈਗਸ ਵਿੱਚ ਅਸੀਂ ਕੋਈ ਚੀਜ਼ ਬਣ ਕੇ ਸਿੱਧਾ ਪਾਣੀ ਵਿੱਚ ਸੁੱਟ ਦਿੰਦੇ ਹਾਂ। ਸੋ ਇਨਟੂ ਰਿਵਰਸ, ਸਟਰੀਮਸ ਐਂਡ ਪੌਂਡਸ। ਇੱਕ ਤੇ ਤਰੀਕਾ ਇਹ ਵੇ ਜਿਹਦੇ ਲਈ ਅਸੀਂ ਸਾਰੇ ਖੁਦ ਜਿਹੜੇ ਦੇਸ਼ ਵਾਸੀ ਹਾਂ ਉਹ ਜ਼ਿੰਮੇਵਾਰ ਹੈਗੇ ਹਾਂ, ਠੀਕ ਹੈ। ਡਿਸਚਾਰਜ ਆਫ ਹਾਰਮਫੁਲ ਕੈਮੀਕਲਸ, ਹਾਰਮਫੁਲ ਮਤਲਬ ਨੁਕਸਾਨਦਾਇਕ ਕੈਮੀਕਲ ਡਾਇਰੈਕਟਲੀ ਇਨਟੂ ਰਿਵਰਸ, ਸਿੱਧੇ ਨਦੀ ਵਿੱਚ, ਐਂਡ ਸਟਰੀਮਸ ਬਾਈ ਇੰਡਸਟਰੀਅਲ ਯੂਨਿਟਸ। ਜਿਹੜੀਆਂ ਫੈਕਟਰੀਆਂ ਨੇ ਉਹਨਾਂ ਨੂੰ ਚਾਹੀਦਾ ਕਿ ਉਹ ਜਿਹੜੇ ਹਾਰਮਫੁਲ ਕੈਮੀਕਲ ਨੇ ਉਹ ਜਿਹੜੇ ਉਹਨਾਂ ਦੀ ਇੰਡਸਟਰੀ ਦਾ ਜਿਹੜਾ ਕੰਮ ਹੁੰਦਾ ਹੈ ਉਹ 'ਚੋਂ ਨਿਕਲਦੇ ਨੇ ਬਾਈ ਪ੍ਰੋਡਕਟ, ਉਹਨੂੰ ਟਰੀਟ ਕਰਕੇ ਉਹ 'ਚ ਸਿੱਟਣ। ਪਰ ਟਰੀਟ ਕਰਨ ਦਾ ਪੈਸਾ ਲੱਗਦਾ ਹੈ ਤੇ ਉਹ ਕਰਪਟ ਹੈਗੇ ਨੇ, ਬੇਈਮਾਨ ਨੇ, ਤੇ ਉਹ ਪੋਲਿਊਸ਼ਨ ਜਿਹੜਾ ਚੈੱਕ ਕਰਨ ਵਾਲਾ ਇੰਸਪੈਕਟਰ ਇਹਨੂੰ ਥੋੜ੍ਹੀ ਰਿਸ਼ਵਤ ਦੇ ਦਿੰਦੇ ਨੇ ਤੇ ਉਹ ਆਪਣਾ ਉਸ ਤੋਂ ਡਾਇਰੈਕਟ ਹੀ ਸਾਰਾ ਜਿਹੜਾ ਗੰਦ ਮੰਦ ਹੈ ਉਹ ਸੁੱਟ ਦਿੰਦੇ ਨੇ। ਤੇ ਇਹ ਹੈਗੇ ਨੇ ਜਿਹੜੇ ਵੱਡੇ ਵੱਡੇ ਘਰਾਣੇ, ਬਿਜ਼ਨਸਮੈਨ ਜਿਹੜੇ ਨੇ, ਫੈਕਟਰੀਆਂ ਦੇ ਮਾਲਿਕ ਨੇ, ਉਹ ਵੀ ਸਾਡੇ ਦੇਸ਼ ਦਾ ਮਿੱਟੀ ਦਾ, ਪਾਣੀ ਦਾ ਇਸ ਤਰ੍ਹਾਂ ਨੁਕਸਾਨ ਕਰਦੇ ਨੇ। ਤੀਸਰਾ ਆ ਗਿਆ ਵਾਸ਼ਿੰਗ ਡਾਊਨ ਇਨਟੂ ਵਾਟਰ ਬੋਡੀਜ਼ ਆਫ ਡਿਸੋਲਵਡ ਪੈਸਟੀਸਾਈਡਸ ਐਂਡ ਵੀਡੀਸਾਈਡਸ ਯੂਜ਼ਡ ਇਨ ਐਗਰੀਕਲਚਰ। ਜਿਹੜਾ ਨਦੀਨ ਹੈਗਾ, ਨਦੀਨ ਮਤਲਬ ਕਿ ਜਿਹੜੇ ਜੰਗਲੀ ਬੂਟੀਆਂ ਨੂੰ ਮਾਰਨ ਵਾਲੀ ਦਵਾਈਆਂ ਤੇ ਕੀੜੇ ਮਾਰ ਦਵਾਈਆਂ ਅਸੀਂ ਬੇਤਰਤੀਬੀ ਦੇ ਨਾਲ ਵਰਤਦੇ ਹਾਂ, ਲੋੜ ਤੋਂ ਵੱਧ ਵਰਤਦੇ ਹਾਂ, ਬਿਨਾਂ ਸੋਚੇ ਸਮਝੇ ਵਰਤਦੇ ਹਾਂ, ਧਿਆਨ ਨਾਲ ਨਹੀਂ ਵਰਤਦੇ, ਜਿੱਦਾਂ ਉਹਨਾਂ ਨੇ ਲਿਖਿਆ ਹੁੰਦਾ ਉਸ ਤਰ੍ਹਾਂ ਨਹੀਂ ਵਰਤਦੇ, ਠੀਕ ਹੈ। ਸੋ ਇਹ ਜਿਹੜੇ ਅਸੀਂ ਵਰਤਦੇ ਹਾਂ ਸੋ ਹੁਣ ਕਿਸਾਨਾਂ ਦਾ ਕੰਮ ਆ ਗਿਆ। ਜਿਹੜੇ ਬੰਦੇ ਜ਼ਿਮੀਂਦਾਰ ਹੈਗੇ ਨੇ, ਕਿਸਾਨ ਹੈਗੇ ਨੇ, ਆਪਣੇ ਲਾਲਚ ਵਾਸਤੇ ਦਾ ਬੜਾ ਕੁਛ ਕਰਦੇ ਨੇ। ਸੋ ਉਹ ਜਦੋਂ ਉਹ ਜਿਹੜੇ ਪੈਸਟੀਸਾਈਡਸ ਨੇ, ਵੀਡੀਸਾਈਡ ਨੇ, ਮੀਂਹ ਪੈਂਦਾ ਉਹ ਪਾਣੀ ਰੁੜ ਕੇ ਜਿਹੜਾ ਉਹ ਵੀ ਚੋਆਂ ਵਿੱਚ ਜਾਂਦਾ ਹੈ, ਨਦੀਆਂ ਵਿੱਚ ਜਾਂਦਾ ਹੈ ਜਾਂ ਕਿਸੇ ਨਹਿਰਾਂ ਵਿੱਚ ਜਾਂਦਾ ਹੈ ਤੇ ਹੋਰ ਕੁਛ ਨਹੀਂ ਤੇ ਪਾਣੀ ਵਿੱਚ ਵੀ ਸੋਖਿਆ ਜਾਂਦਾ ਹੈ। ਤੇ ਸਾਰੇ ਕੈਮੀਕਲਸ ਮਿੱਟੀ ਰਾਹੀਂ ਵਿੱਚ ਸਿਮ ਕੇ ਥੱਲੇ ਜਿਹੜਾ ਧਰਤੀ ਥੱਲੇ ਪਾਣੀ ਉਹਦੇ ਵਿੱਚ ਜਾਂਦਾ ਹੈ। ਸੋ ਦੈਟ ਵਾਟਰ ਆਲਸੋ ਗੈਟਸ ਪੋਲਿਊਟਿਡ। ਅਗਲੀ ਗੱਲ ਹੈ ਡਿਸਚਾਰਜ ਆਫ ਅਨਟ੍ਰੀਟਡ ਸੂਵੇਜ ਡਾਇਰੈਕਟਲੀ ਇਨਟੂ ਵਾਟਰ। ਜਿਹੜੇ ਨਦੀਆਂ ਦੇ ਕਿਨਾਰੇ ਪਿੰਡ ਹੈਗੇ ਨੇ, ਕੋਈ ਸ਼ਹਿਰ ਨੇ, ਕਸਬੇ ਨੇ, ਉਹ ਕੀ ਕਰਦੇ ਨੇ, ਜਿਹੜਾ ਆਪਣਾ ਟੋਇਲਟ ਦਾ ਪਾਣੀ, ਟੋਇਲਟ ਜਿਹੜਾ ਹੈ, ਟੱਟੀ ਪਿਸ਼ਾਬ ਜੋ ਵੀ ਹੈ ਤੇ ਨਹਾਉਣ ਧੋਣ ਦਾ ਜਿਹੜਾ ਸਮਾਨ, ਕੱਪੜੇ ਜਿਹੜੇ ਗੰਦਾ ਪਾਣੀ ਹੋ ਜਾਂਦਾ ਹੈ, ਉਹ ਚਾਹੀਦਾ ਕਿ ਟਰੀਟਮੈਂਟ ਹੋ ਕੇ ਜਾਵੇ, ਸੀਵੇਜ ਸਿਸਟਮ ਦੇ ਥਰੂ ਜਾਵੇ, ਉਹ ਸਾਰਾ ਵੀ ਪਾਣੀ ਵਿੱਚ ਡਾਇਰੈਕਟਲੀ ਸਿੱਟਿਆ ਜਾਂਦਾ ਹੈ। ਸੋ ਥੀਸ ਆਰ ਦੀ 4 ਮੇਨ ਵੇਜ਼ ਇਨ ਵਿਚ ਵੀ ਸਿਟੀਜ਼ਨਸ ਆਫ ਦਿਸ ਕੰਟਰੀ ਕੰਟਰੀਬਿਊਟ ਟੂ ਕੰਟੈਮੀਨੇਟਿੰਗ ਆਵਰ ਓਨ ਵਾਟਰ। ਮਤਲਬ ਕਿ ਆਪਣੀ ਜੜ੍ਹਾਂ ਆਪ ਪੁੱਟਦੇ ਪਏ ਹਾਂ, ਆਪਣੇ ਪੈਰ ਤੇ ਕੁਹਾੜਾ ਆਪ ਮਾਰਦੇ ਪਏ ਹਾਂ, ਪਰ ਇਹ ਸਾਰੀ ਚੀਜ਼ਾਂ ਦੇ ਨਤੀਜੇ ਅਸੀਂ ਆਲਰੇਡੀ ਭੁਗਤਦੇ ਪਏ ਹਾਂ ਤੇ ਆਉਣ ਵਾਲੀ ਪੀੜ੍ਹੀ ਹੋਰ ਜ਼ਿਆਦਾ ਭੁਗਤੇਗੀ।
अगर असी इस बारे चौकन्ने ना होए, सावधान ना होए। ठीक है, आगे चलिए। ओके, क्वेश्चन नंबर 2, एट एन इंडिविजुअल लेवल में निजी तौर पर, अपने आप तौर पर, मान लो ਤੁਹਾਡਾ ਸਰਕਾਰ ਨਾਲ ਕੋਈ ਲੈਣਾ ਦੇਣਾ ਨਹੀਂ, ਪਿੰਡ ਨਾਲ ਕੋਈ ਲੈਣਾ ਦੇਣਾ ਨਹੀਂ, ਮਿਊਨਿਸਪੈਲਿਟੀ ਨਾਲ ਕੋਈ ਲੈਣਾ ਦੇਣਾ ਨਹੀਂ, ਤੁਸੀਂ ਆਪਣੇ ਤੌਰ ਤੇ ਇੱਕ ਸ਼ਹਿਰੀ ਹੋਣ ਦੇ ਨਾਤੇ, ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ, ਐਟ ਐਨ ਇੰਡੀਵਿਜੂਅਲ ਲੈਵਲ ਹਾਊ ਕੈਨ ਯੂ ਹੈਲਪ ਰਿਡਿਊਸ 에ਅਰ ਪੋਲਿਊਸ਼ਨ, ਤੁਸੀਂ ਵਾਤਾਵਰਣ ਨੂੰ ਸ਼ੁੱਧ ਰੱਖਣ ਵਿੱਚ ਆਪਣਾ ਕੀ ਯੋਗਦਾਨ ਪਾ ਸਕਦੇ ਹੋ, ਤੁਸੀਂ ਕੀ ਕਰ ਸਕਦੇ ਹੋ। और देखिए बच्चों, सो जिवें मैं पहले कहना भी है, किताबां जिहड़ियां पढ़दे हाँ ये सिर्फ पढ़ के पेपर च लिखण लई नहीं हुंदियां, ये च बड़ा कुछ सीखण नूं मिलदा है ते सानूं इह आदतां जिहड़ियां ने अपने जीवन विच अपनाणियां चाहीदियां हन। सो एट एन इंडिविजुअल लैवल आई कैन हैल्प रिड्यूस एयर पोल्यूशन इन फॉलोइंग वेज, निजी तौर पर, अपने आप के तौर पर मैं अपना जिहड़ा हवा का प्रदूषण है हेठ लिखे तरीकों नाल घटा सकदा। पहली गल, आई कैन प्रैफर पब्लिक ट्रांसपोर्ट टू परसनल व्हीकल्स, मैं जे मेरे को कार हैगी है तो मैं बजाय कल्ला कार च जाण दे ते बाकी 3 सीटां 4 सीटां खाली हैगियां ते ट्रैफिक अपना जिहड़ा हैगा वो ट्रैफिक जाम भी वधदा है, वाहनां दी गिनती वधदी है ते है तो सिर्फ फुकरापन नहीं, कोई लोड़ तो है नहीं। सो मैं की कर सकदा, मैं मैट्रो जिहड़ी है या अपनी जिन्हों लोकल ट्रेन हुंदी है या बस हैगी है, मैं उहनूं वरत सकदा ते उहदे नाल की होएगा, ट्रैफिक घटेगा ते जो ਪੈਟਰੋਲ ਡੀਜ਼ਲ ਦੀ ਖਪਤ ਘਟੇਗੀ, ਪੈਟਰੋਲ ਡੀਜ਼ਲ ਦੀ ਖਪਤ ਘਟੇਗੀ ਤੇ ਉਹਦੇ ਰਾਹੀਂ ਜਿਹੜਾ ਸਾਇਲੈਂਸਰ ਚੋਂ ਜਿਹੜਾ ਧੂੰਆਂ ਨਿਕਲਦਾ, ਐਗਜ਼ੌਸਟ ਵਿੱਚੋਂ ਗੰਦਾ ਬੰਦਾ ਗੈਸਾਂ ਨਿਕਲਦੀਆਂ ਨੇ ਉਹ ਵੀ ਘਟਣਗੀਆਂ। ਸੋ ਮੈਂ ਕੀ ਕਰ ਸਕਦਾ ਹਾਂ ਕਿ ਆਈ ਕੈਨ ਪ੍ਰੈਫਰ ਪਬਲਿਕ ਟਰਾਂਸਪੋਰਟ, ਜੋ ਪਬਲਿਕ ਟਰਾਂਸਪੋਰਟ ਹੈਗਾ, ਜੋ ਬੱਸਾਂ ਹੈਗੀਆਂ ਨੇ, ਮੈਟਰੋ ਹੈਗੀ ਹੈ, ਲੋਕਲ ਟ੍ਰੇਨ ਹੈ, ਮੈਂ ਉਹਨੂੰ ਪ੍ਰੈਫਰ ਕਰ ਸਕਦਾ ਬਜਾਏ ਇਸਦੇ ਕਿ ਮੈਂ ਆਪਣਾ ਨਿੱਜੀ ਵਹੀਕਲ ਯੂਜ਼ ਕਰਾਂ। ਠੀਕ ਹੈ, ਦੂਜੀ ਗੱਲ, आई कैन कवर शॉर्ट डिस्टेंसिस ऑन फुट, जे मैं लागे शागे जाना 1 किलोमीटर तक जाना है, 1.5 किलोमीटर तक जाना है तो मैं पैदल जा सकता। एंड मॉडरेट डिस्टेंसिस, तो मॉडरेट होंगे भी थोड़ा 2 किलोमीटर तो लैके मान लो 1 किलोमीटर तो लैके 3-4 किलोमीटर तक आई कैन गो बाय बाईसाइकिल, मैं बाईसाइकिल तो जा सकता। ए तो बच्चे पुन्न नाले फलियां, ਇਹਦਾ 2 फायदे होंगे, इट विल सेव मी मनी, इन्ना मेरे पेट्रोल के पैसे बच गए, एंड विल आल्सो कीप मी इन गुड हैल्थ, तो इन्ना मेरी सेहत भी वधिया रहेगी, बहाने दे नाल पैदल तुरन नाल मेरी सैर हो जाएगी तो साइकिल चलाना भी मेरी वर्जिश हो जाएगी। सो यह पुन्न नाले फलियां, मतलब मेरे पैसे भी बच गए, मेरी सेहत भी ठीक हो गई, जे सेहत ठीक होगी तो मेरी डॉक्टर के जान का सबब भी घट जाएगा, डॉक्टर की फीस भी बचाँगा, जो डॉक्टर को जावांगा डॉक्टर मैंने टैसट लिख के देगा, वो लैब के टैसट के पैसे भी मेरे बच जाएंगे, जे डॉक्टर को जावां तो दवाइयां भी लिख के देगा, सो दवाइयां का भी जो मेरा खर्चा बचेगा, तो जो दवाइयां खाधी जांदियां वो साइड इफेक्ट भी होंगे ने, उन्होंने भी सेहत पर बड़ा असर पैंदा है तो मैं वो तो भी बच जावांगा। सो बच्चों, इस तरह अपनी विवेक बुद्धि वरत के, अपनी सियाणप वरत के, बजाय इसके कि आले दुआले देख के पीयर प्रैशर में सानू काम नहीं करना चाहिए। सो मैं छोटे छोटे डिस्टेंसिस नूं मैं फुट पैदल जा सकदा ते उस तो ज़्यादा डिस्टेंस जिहड़े ने उहदे लई मैं बाईसाइकिल वरत सकदा ते उस तो ज़्यादा डिस्टेंस में पब्लिक ट्रांसपोर्ट वरत सकदा। कदी कताई जदों मैं परिवार च इकट्ठियां ने जाना है, 3-4 जाने ने, 4-5 जाने ने, तद मैं कार वरत सकदा। ठीक है बच्चों, आगे चलिए। फिर आई कैन स्टॉप बर्निंग गारबेज, कई लोग गारबेज पत्तियां साड़ देंगे ने, सुक्कियां पत्तियां घाह दियां जड़ियां ਜਾਂ ਆਪਣੇ ਉਹਨਾਂ ਦੇ ਘਰ ਕੋਈ ਬੂਟੇ ਲੱਗੇ ਨੇ ਉਹਨੂੰ ਸਾੜ ਦਿੰਦੇ ਨੇ, ਠੀਕ ਹੈ, ਤੇ ਜਾਂ ਫਿਰ ਪੋਲੀਥੀਨ ਸਾੜ ਦਿੰਦੇ ਨੇ, ਕਾਗਜ਼ ਸਾੜ ਦਿੰਦੇ ਨੇ। ਸੋ ਮੈਂ ਉਹਨੂੰ ਰੀਸਾਈਕਲ ਕਰ ਸਕਦਾ, ਆਈ ਕੈਨ ਸਟਾਪ ਬਰਨਿੰਗ ਗਾਰਬੇਜ, ਮੈਂ ਗਾਰਬੇਜ ਸਾੜਨਾ ਬੰਦ ਕਰ ਸਕਦਾ ਐਂਡ ਸਟਾਰਟ ਡਿਸਪੋਜ਼ਿੰਗ ਇਟ ਆਫ ਇਨ ਅ ਪ੍ਰੋਪਰ ਮੈਨਰ, ਮੈਂ ਇਹਨੂੰ ਸਹੀ ਢੰਗ ਦੇ ਨਾਲ ਡਿਸਪੋਜ਼ ਆਫ ਕਰ ਸਕਦਾ। ਜਿਵੇਂ ਅਖਬਾਰਾਂ ਨੂੰ, ਕਾਗਜ਼ ਨੂੰ ਮੈਂ ਰੀਸਾਈਕਲ ਕਰ ਸਕਦਾ, ਪਲਾਸਟਿਕ ਨੂੰ ਵੀ ਮੈਂ ਰੀਸਾਈਕਲ ਕਰ ਸਕਦਾ, ਜਿਹੜੇ ਆਪਣਾ ਫੂਡ ਵੇਸਟ ਹੈਗੀ ਹੈ, ਪੱਤੀਆਂ ਹੈਗੀਆਂ ਸੁੱਕੀਆਂ, ਉਹਨੂੰ ਮੈਂ ਕੰਪੋਸਟ ਲਈ ਵਰਤ ਸਕਦਾ। ਸੋ ਇਸ ਢੰਗ ਦੇ ਨਾਲ ਵੀ ਆਈ ਕੈਨ ਰਿਡਿਊਸ ਏਅਰ ਪੋਲਿਊਸ਼ਨ, ਕਿਉਂ ਜਦੋਂ ਮੈਂ ਗਾਰਬੇਜ ਜਲਾਵਾਂਗਾ तो धुआं सारा ਜਿਹੜਾ है हवा में जाएगा तो हवा गंदी होएगी। ठीक है, आगे चलिए। ओके, और देखिए, आई कैन स्टार्ट यूजिंग एयर कंडीशनर्स एंड अदर हैवी इलैक्ट्रिकल गैजेट्स इन अ मोर इकोनॉमिकल एंड जुडिशियस मैनर। इकोनॉमिकल मैंने कंजूसी नाल, ਇਹਦਾ भी बच्चों फायदा है। ਇਹ देखो, ਇਹਨਾਂ ਮੇਰੇ ਪੈਸੇ ਵੀ ਬਚਣਗੇ, ਜੁਡੀਸ਼ੀਅਸ ਮੈਨੇ ਸਿਆਣਪ ਦੇ ਨਾਲ। ਠੀਕ ਹੈ, ਮੈਂ ਸਿਆਣਪ ਦੇ ਨਾਲ ਤੇ ਥੋੜਾ ਸਰਫੇ ਦੇ ਨਾਲ ਮੈਂ 에ਅਰ ਕੰਡੀਸ਼ਨਰ ਤੇ ਜਿਹੜੀਆਂ ਹੈਵੀ ਇਲੈਕਟ੍ਰੀਕਲ ਗੈਜਟਸ ਹੈਗੇ ਨੇ, ਗੀਜ਼ਰ ਵਗੈਰਾ, ਇਹਨਾਂ ਨੂੰ ਮੈਂ ਧਿਆਨ ਨਾਲ ਵਰਤ ਸਕਦਾ। ਮੈਂ ਦੇਖਿਆ ਲੋਕੀ ਮੌਸਮ ਬੜਾ ਬਾਹਰ ਵਧੀਆ ਹੁੰਦਾ ਹੈ, ਫੇਰ ਵੀ 에ਅਰ ਕੰਡੀਸ਼ਨ ਚਲਾਇਆ ਹੁੰਦਾ, ਹਾਲੇ ਇੰਨੀ ਠੰਡ ਆਈ ਵੀ ਨਹੀਂ ਹੁੰਦੀ, ਫੇਰ ਵੀ ਉਹ ਆਪਣਾ ਗੀਜ਼ਰ ਚਲਾਉਣਾ ਸ਼ੁਰੂ ਕਰ ਦਿੰਦੇ ਨੇ, ਸਾਰਾ ਦਿਨ ਗੀਜ਼ਰ ਔਨ ਕਰਦੇ ਨੇ। ਸੋ ਜਦੋਂ ਅਸੀਂ 에ਅਰ ਕੰਡੀਸ਼ਨਰ, ਗੀਜ਼ਰ ਵਗੈਰਾ ਹੈਵੀ ਇਲੈਕਟ੍ਰੀਕਲ ਗੈਜਟ ਵਰਤਦੇ ਹਾਂ, ਇਹਦੇ ਨਾਲ ਬਿਜਲੀ ਦੀ ਖਪਤ ਹੁੰਦੀ ਹੈ।
तो बिजली कित्थे पैदा होंदी है? बिजली इज़ प्रोड्यूस्ड एट थर्मल स्टेशनस। तो थर्मल स्टेशनस ते बिजली किद्दां प्रोड्यूस होंदी? कोला जला के। तो कोला जिल्लै जलदा है तो बच्चों जिन्ना कोला जलेगा उन्नी ज़्यादा कार्बन डाइऑक्साइड सल्फर डाइऑक्साइड गैसां जिहड़ियां ने हवा विच जाणगियां। सो जे मैं एयर कंडीशनर ਤੇ ਹੋਰ ਜਿਹੜੀ ਚੀਜ਼ਾਂ ਨੂੰ ਮੈਂ ਸਰਫੇ ਨਾਲ ਵਰਤਾਂਗਾ। ਹੁਣ ਜਿੱਦਾਂ ਮੈਂ ਆਪਣੇ ਘਰ ਵਿੱਚ 에ਅਰ ਕੰਡੀਸ਼ਨਰ ਬੱਚਿਓ ਮੈਂ ਸਿਰਫ ਤੇ ਸਿਰਫ ਥੋੜਾ ਜਿਹਾ ਮੇਰੇ ਖਿਆਲ ਅੱਧਾ 2 ਹਫ਼ਤੇ ਜੂਨ ਦੇ ਅਖੀਰ ਦੇ, ਥੋੜਾ ਜਿਹਾ ਜੁਲਾਈ ਵਿੱਚ ਤੇ ਥੋੜਾ ਜਿਹਾ ਅਗਸਤ ਵਿੱਚ ਵਰਤਦਾ। ਬਸ ਪੂਰੇ ਸਾਲ ਵਿੱਚ ਤੇਰਾ ਟੈਂਪਰੇਚਰ ਹੁੰਦਾ ਮੇਰਾ ਘਰ ਦਾ ਸਿਰਫ 29 ਡਿਗਰੀ ਜਾਂ 30 ਡਿਗਰੀ ਤੇ ਨਾਲ ਮੈਂ ਪੱਖਾ ਚਲਾਉਂਦਾ। ਮੇਰੀ ਸਿਹਤ ਵੀ ਬੜੀ ਵਧੀਆ ਰਹਿੰਦੀ ਹੈ। ਮੈਂ ਦੇਖਿਆ ਲੋਕੀ 에ਅਰ ਕੰਡੀਸ਼ਨਰ 'ਚ ਬੈਠੇ ਰਹਿੰਦੇ ਨੇ ਤੇ ਸਿਹਤਾਂ ਉਹਨਾਂ ਦੀ ਖਰਾਬ ਹੋ ਰਹੀਆਂ ਕਿਉਂਕਿ ਬੱਚੇ ਗੈਰ ਕੁਦਰਤੀ ਚੀਜ਼ ਹੈ। ਇਟ ਇਜ਼ ਅਨਨੈਚੁਰਲ। ਇਹ ਕੋਈ ਅਮੀਰੀ ਦੀ ਕੋਈ ਠਾਠ ਬਾਠ ਨਹੀਂ ਹੈ ਕਿ ਸਾਡੇ ਘਰ 에ਅਰ ਕੰਡੀਸ਼ਨਰ ਹੈ ਤੇ 24 ਘੰਟੇ ਚੱਲਦਾ ਰਹਿੰਦਾ। ਇਹ ਬੇਵਕੂਫੀ ਹੈ, ਇਹ ਅਨਨੈਚੁਰਲ ਹੈਗਾ। ਸੋ ਤੁਹਾਨੂੰ ਉਹ ਜਿਹੜੀ ਇੱਕ ਤੇ ਹਵਾ ਰੀਸਾਈਕਲ ਨਹੀਂ ਹੁੰਦੀ। ਇਹ ਸਿਰਫ ਐਮਰਜੈਂਸੀ ਜਦ ਬਹੁਤ ਜ਼ਿਆਦਾ ਗਰਮੀ ਹੈ ਤੇ ਸੁੱਤੇ ਸੁੱਤੇ ਹੀ ਪਸੀਨਾ ਆ ਰਿਹਾ ਤਦ 에ਅਰ ਕੰਡੀਸ਼ਨਰ ਵਰਤਣਾ ਚਾਹੀਦਾ ਹੈ। ਉਹ ਵੀ ਡਾਕਟਰ ਕਹਿੰਦੇ ਨੇ 28 ਡਿਗਰੀ ਤੋਂ ਥੱਲੇ ਟੈਂਪਰੇਚਰ ਕਦੀ ਨਹੀਂ ਜਾਣਾ ਚਾਹੀਦਾ। ਇਹ ਸਿਹਤ ਲਈ ਮਾੜਾ ਹੁੰਦਾ ਹੈ। ਠੀਕ ਹੈ। ਸੋ 에ਅਰ ਕੰਡੀਸ਼ਨਰ ਵਰਤਣ ਦੇ ਨਾਲ ਐਲਰਜੀ ਦੇ ਕੇਸ ਵੱਧ ਰਹੇ ਨੇ, ਅਸਥਮਾ ਦੇ ਕੇਸ ਵੱਧ ਰਹੇ ਨੇ, ਹੱਡੀਆਂ ਤੇ ਜੋੜਾਂ ਦੇ ਦਰਦ ਦੇ ਕੇਸ ਵੱਧਦੇ ਪਏ ਨੇ ਤੇ ਹੋਰ ਵੀ ਜਿਹੜਾ ਬਾਡੀ ਦਾ ਸਾਡਾ ਸਿਸਟਮ ਹੈ ਉਹ ਸਾਰਾ ਉਲਟਾ ਪੁਲਟਾ ਹੋ ਜਾਂਦਾ ਹੈ ਕਿਉਂਕਿ ਬਾਹਰ ਗਰਮੀ ਹੈਗੀ ਹੈ ਤੇ ਅਸੀਂ ਆਰਟੀਫਿਸ਼ੀਅਲ ਠੰਡ ਕ੍ਰੀਏਟ ਕਰ ਲੈਂਦੇ ਹਾਂ। ਸੋ ਅਨਨੈਚੁਰਲ ਹੈਗਾ। ਸੋ ਇਹਦੇ ਨਾਲ ਵੀ ਬੱਚਿਓ ਪੁੰਨ ਨਾਲੇ ਫਲੀਆਂ, ਮੇਰੀ ਸਿਹਤ ਵੀ ਠੀਕ ਰਹੇਗੀ ਤੇ ਮੇਰਾ ਬਿਜਲੀ ਦਾ ਬਿੱਲ ਵੀ ਘੱਟ ਆਏਗਾ ਤੇ 에ਅਰ ਪੋਲਿਊਸ਼ਨ ਵੀ ਘਟੇਗਾ। ਠੀਕ ਹੈ। ਫਿਰ ਆਈ ਕੈਨ ਰਿਮਾਈਂਡ ਮਾਈ ਸੈਲਫ ਕੌਨਸ਼ੀਅਸਲੀ to switch off the engine of my vehicle while waiting for green signal at traffic lights। ਮੈਂ ਆਪਣੇ ਆਪ ਨੂੰ ਚੇਤਾ ਕਰਾ ਸਕਦਾ ਕਿ ਭਾਈ ਯਸ਼ਪਾਲ ਸਿੰਘ ਤੂੰ ਚੱਲਣਾ ਹੈ, ਗੱਡੀ ਤੇ ਚੱਲਣਾ ਹੈ, ਮੋਟਰਸਾਈਕਲ ਤੇ ਚੱਲਣਾ ਹੈ, ਜਦੋਂ ਟ੍ਰੈਫਿਕ ਲਾਈਟ ਆਏਗੀ, ਟ੍ਰੈਫਿਕ ਤੇ ਰੈੱਡ ਲਾਈਟ ਆਏਗੀ ਤੂੰ ਆਪਣਾ ਇੰਜਨ ਬੰਦ ਕਰ ਦੇਣਾ ਹੈ। ਤੁਹਾਨੂੰ ਬੱਚਿਓ ਪਤਾ ਹੈ ਕਿ ਸਿਰਫ ਟ੍ਰੈਫਿਕ ਲਾਈਟ ਤੇ ਖੜੇ ਟ੍ਰੈਫਿਕ ਨੇ ਜਿਹੜੇ ਇੰਡੀਆ ਵਿੱਚ ਤੇ ਉਹ ਗੱਡੀ 'ਚ ਆਪਣਾ ਇੰਜਨ ਚਾਲੂ ਰੱਖਦੇ ਨੇ, ਕਰੋੜਾਂ ਰੁਪਇਆ ਦਾ ਪੈਟਰੋਲ ਉੱਦੇ ਫੂਕਿਆ ਜਾਂਦਾ ਹੈ ਤੇ ਉਸ ਵੇਲੇ ਇੰਜਨ ਚੱਲਦਾ ਰਹਿੰਦਾ ਹੈ। 1-1.5 ਮਿੰਟ 2 ਮਿੰਟ ਇੰਜਨ ਚੱਲਦਾ ਰਹਿੰਦਾ ਹੈ ਤੇ ਉਹ ਐਗਜ਼ੌਸਟ ਵੀ ਨਿਕਲਦਾ ਰਹਿੰਦਾ ਹੈ। ਮਤਲਬ ਕਿ ਬੰਦੇ ਦਾ ਪੈਟਰੋਲ ਵੀ ਖਰਚ ਹੋ ਰਿਹਾ, ਡੀਜ਼ਲ ਵੀ ਖਰਚ ਹੋ ਰਿਹਾ, ਹਵਾ ਵੀ ਗੰਦੀ ਹੋ ਰਹੀ ਹੈ। ਸੋ ਇਹ ਸਾਨੂੰ ਕੀ ਕਰਨਾ ਚਾਹੀਦਾ? ਜਿੱਦਾਂ ਹੀ ਅਸੀਂ ਚੌਂਕ ਤੇ ਪਹੁੰਚੀਏ ਜਿੱਥੇ ਟ੍ਰੈਫਿਕ ਲਾਈਟ ਹੈ ਤੇ ਰੈੱਡ ਲਾਈਟ ਆ ਗਈ ਤੇ ਸਾਨੂੰ ਆਪਣਾ ਸਕੂਟਰ, ਮੋਟਰਸਾਈਕਲ, ਗੱਡੀ ਦਾ ਇੰਜਨ ਬੰਦ ਕਰ ਦੇਣਾ ਚਾਹੀਦਾ ਹੈ। ਇਹ ਮੈਂ ਕਰ ਸਕਦਾ। ਇਹਦੇ ਵਿੱਚ ਸਰਕਾਰ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ। I can opt for cleaner fuels like CNG and LPG for my household and transport needs। ਮੈਂ ਆਪਣੀ ਗੱਡੀ ਲਈ ਗੱਡੀ CNG ਵਾਲੀ ਗੱਡੀ ਲੈ ਸਕਦਾ, ਆਪਣੇ ਘਰ ਵਿੱਚ LPG ਵਰਤ ਸਕਦਾ। ਇਹ ਮੇਰਾ ਡਿਸੀਜਨ ਹੈਗਾ। I can do that ਹੈ ਨਾ। ਇਹਦੇ ਨਾਲ ਕਿਉਂਕਿ CNG and LPG ਵਿੱਚ ਕੀ ਹੈ, ਗੰਦਲੀਆਂ ਗੈਸਾਂ ਘੱਟ ਨਿਕਲਦੀਆਂ, ਬਹੁਤ ਘੱਟ ਨਿਕਲਦੀਆਂ। ਫਿਰ I can plant trees and nurture the existing ones। ਜਿਹੜੇ ਬੂਟੇ ਪਹਿਲੇ ਲੱਗੇ ਹੋਏ ਨੇ ਐਗਜ਼ਿਸਟਿੰਗ ਵਨਸ ਉਹਨਾਂ ਨੂੰ ਮੈਂ ਗੋਡੀ ਕਰ ਸਕਦਾ, ਪਾਣੀ ਦੇ ਸਕਦਾ, ਵੱਡੇ ਕਰ ਸਕਦਾ ਤੇ ਮੈਂ ਨਵੇਂ ਬੂਟੇ ਵੀ ਲਾ ਸਕਦਾ। ਇਹ ਵੀ ਮੇਰਾ ਫੈਸਲਾ ਹੈ। ਇਹਦੇ ਵਿੱਚ ਸਰਕਾਰ ਦਾ ਕੋਈ ਲੈਣਾ ਦੇਣਾ ਨਹੀਂ। ਮੈਂ ਬਜਾਏ ਮੇਰੇ ਕੋਲ ਜੇ ਵੱਡਾ ਘਰ ਹੈ ਤੇ ਬਜਾਏ ਸਾਰੀ ਜਗ੍ਹਾ ਪੱਥਰ ਲਾਉਣ ਦੇ ਤੇ ਮੈਂ ਕੁਝ ਕੱਚਾ ਥਾਂ ਰੱਖ ਕੇ ਉੱਥੇ ਬੂਟੇ ਲਾ ਸਕਦਾ। ਬੂਟਿਆਂ ਰਾਹੀਂ ਆਕਸੀਜਨ ਆਏਗੀ ਹੈ ਨਾ, ਮੈਨੂੰ ਵੀ ਚੰਗਾ ਲੱਗੇਗਾ, ਮੇਰੀ ਅੱਖਾਂ ਨੂੰ ਵੀ ਚੰਗਾ ਲੱਗੇਗਾ, ਮੇਰੀ ਸਿਹਤ ਵੀ ਠੀਕ ਰਹੇਗੀ ਤੇ ਮੇਰਾ ਪਿੰਡ, ਮੇਰਾ ਕਸਬਾ ਜਿਹੜਾ ਹੈ ਉਹਦੇ ਵੀ ਹਵਾ ਸਾਫ ਸੁਥਰੀ ਹੋਏਗੀ। ਫਿਰ ਆਈ ਕੈਨ ਕ੍ਰੀਏਟ ਅਵੇਅਰਨੈਸ ਅਮੰਗ ਅਦਰ ਸਿਟੀਜ਼ਨਸ ਐਂਡ ਮੋਟੀਵੇਟ ਦੈਮ ਟੂ ਟੇਕ ਸਿਮਿਲਰ ਸਟੈਪਸ। ਇਹ ਜਿਹੜੀ ਗੱਲਾਂ ਮੈਂ ਉੱਪਰ ਸਿੱਖੀਆਂ ਇਹਨਾਂ ਨੂੰ ਮੈਂ ਆਪ ਆਪਣੇ ਅਮਲ 'ਚ ਕਰਾਂ ਤੇ ਫਿਰ ਮੈਂ ਆਪਣੇ ਘਰ ਦੇ ਮੈਂਬਰਾਂ ਨੂੰ, ਆਪਣੇ ਰਿਸ਼ਤੇਦਾਰਾਂ ਨੂੰ, ਦੋਸਤਾਂ ਨੂੰ, ਹੋਰ ਜਿਹੜੇ ਆਪਣੇ ਮੈਂ ਸਕੂਲ ਦੇ ਮਿੱਤਰ ਨੇ ਉਹਨਾਂ ਨਾਲ ਸ਼ੇਅਰ ਕਰਾਂ ਤੇ ਕਹੋ ਜੀ ਮੈਂ ਇਸ ਤਰ੍ਹਾਂ ਕਰਦਾ, ਤੁਸੀਂ ਵੀ ਇਸ ਤਰ੍ਹਾਂ ਕਰੋ। ਆਈ ਕੈਨ ਮੋਟੀਵੇਟ ਦੈਮ ਟੂ ਟੇਕ ਸਿਮਿਲਰ ਸਟੈਪਸ। ਸੋ ਇਸ ਤਰ੍ਹਾਂ ਬੱਚਿਓ ਜਦੋਂ ਅਸੀਂ ਇਕੱਲੇ ਇਸ ਤਰ੍ਹਾਂ ਦਾ ਕੋਈ ਸਟੈਪ ਚੱਕਾਂਗੇ ਫਿਰ ਕਾਫਲਾ ਵੱਧਦਾ ਜਾਏਗਾ ਤੇ ਸਾਡੇ ਸਾਰੇ ਦੇਸ਼ ਜਿਹੜਾ ਹੈਗਾ ਉਹਦੀ ਹਵਾ, ਪਾਣੀ, ਮਿੱਟੀ ਜਿਹੜੀ ਹੈ ਸਾਫ਼ ਹੋ ਜਾਏਗੀ। ਜਦੋਂ ਸਾਡੇ ਸਿਟੀਜ਼ਨਸ ਜਿਹੜੇ ਨੇ ਉਹ ਜਿਹੜੇ ਅਵੇਅਰ ਹੋਣਗੇ, ਐਜੂਕੇਟ ਹੋਣਗੇ ਤੇ ਫਿਰ ਸਰਕਾਰਾਂ ਵੀ ਜਿਹੜੀਆਂ ਨੇ ਉਹਨਾਂ 'ਤੇ ਵੀ ਪ੍ਰੈਸ਼ਰ ਪੈਂਦਾ ਹੈ ਤੇ ਫਿਰ ਉਹ ਪੋਲਿਊਸ਼ਨ ਬੋਰਡ ਵੀ ਹੈ ਉਹ ਵੀ ਇਮਾਨਦਾਰੀ ਨਾਲ ਕੰਮ ਕਰੇਗਾ ਤੇ ਇੰਡਸਟਰੀਅਲ ਯੂਨਿਟਸ ਜਿਹੜੀਆਂ ਜਾਂ ਹੋਰ ਬੰਦੇ ਜਿਹੜੇ ਗਲਤ ਕੰਮ ਕਰਦੇ ਨੇ ਉਹ ਵੀ ਕਰਨ ਲੱਗੇ 2 ਵਾਰ ਸੋਚਣਗੇ। ਠੀਕ ਹੈ ਬੱਚਿਓ। ਸੋ these are the steps which I can take at my individual level। ਅੱਗੇ ਚਲੀਏ। ਕੁਐਸਚਨ ਨੰਬਰ 3 ਕਲੀਅਰ ਟਰਾਂਸਪੇਰੈਂਟ ਵਾਟਰ ਇਜ਼ ਆਲਵੇਜ਼ ਫਿਟ ਫॉर ਡਰਿੰਕਿੰਗ ਕਮੈਂਟ। ਕਹਿੰਦੇ ਇਸ ਗੱਲ ਤੇ ਟਿੱਪਣੀ ਕਰੋ ਕਿ ਜਿਹੜਾ ਪਾਣੀ ਦੇਖਣ ਨੂੰ ਇੱਕਦਮ ਸਾਫ਼ ਤੇ ਪਾਰਦਰਸ਼ੀ ਹੈਗਾ ਉਹ ਹਮੇਸ਼ਾ ਪੀਣ ਯੋਗ ਹੁੰਦਾ ਹੈ। ਤੇ ਆਨਸਰ ਇਜ਼ ਨੋ। ਨਹੀਂ ਜੀ, ਇਹ ਗੱਲ ਸਹੀ ਨਹੀਂ ਹੈਗੀ। ਕਲੀਅਰ ਟਰਾਂਸਪੇਰੈਂਟ ਵਾਟਰ ਇਜ਼ ਨਾਟ ਆਲਵੇਜ਼ ਫਿਟ ਫॉर ਡਰਿੰਕਿੰਗ। ਦੇਖਣ ਨੂੰ ਸਾਫ਼ ਤੇ ਪਾਰਦਰਸ਼ੀ ਪਾਣੀ ਹਮੇਸ਼ਾ ਪੀਣ ਵਾਲਾ ਨਹੀਂ ਹੁੰਦਾ। ਐਪਰੈਂਟਲੀ ਮਨੇ ਓਪਰੇ ਤੌਰ ਤੇ ਦੇਖਣ ਨੂੰ। ਲੁਕਿੰਗ ਕਲੀਅਰ ਐਂਡ ਟਰਾਂਸਪੇਰੈਂਟ ਵਾਟਰ ਕਿਉਂ ਇੱਦਾਂ may contain disease causing microorganisms। ਬਿਮਾਰੀ ਵਾਲੇ ਉਹ 'ਚ ਕੀਟਾਣੂ ਹੋ ਸਕਦੇ ਨੇ
एंड और डिजोल्वड इंप्योरिटीज़। हो सकता है वो ਇਹੋ ਜਿਹੀ अशुद्ध चीज़ां होण जो नज़र नहीं आ रही पर घुलियां हुई ने, ठीक है। सो इस करके क्लीयर ट्रांसपेरेंट वाटर इज़ नॉट ऑलवेज फिट फॉर ड्रिंकिंग। Thus it is advisable to make the water fit for drinking either by boiling it, boil ਕਰਨ ਦੇ ਨਾਲ ਮਾਈਕਰੋ ਆਰਗੇਨਿਜ਼ਮ ਜਿਹੜੇ ਆਪਣੇ ਕੀਟਾਣੂ ਹੈਗੇ ਨੇ ਮਰ ਜਾਣਗੇ, ਔਰ ਬਾਈ ਡਿਸਇਨਫੈਕਟਿੰਗ ਇਟ, ਫॉर एग्जांपल ਬਾਈ क्लोरीनेशन। क्लोरीन गैस, क्लोरीन ਦੀ ਟੈਬਲੇਟਸ ਹੁੰਦੀਆਂ ਉਹਦੇ ਰਾਹੀਂ ਅਸੀਂ ਇਹਨੂੰ, ਪਰ ਇਹ क्लोरीन ਦੀ ਟੈਬਲੇਟਸ ਦਾ ਕੰਮ ਸਾਨੂੰ ਆਪ ਨਹੀਂ ਕਰਨਾ ਚਾਹੀਦਾ, ਸਰਕਾਰਾਂ ਕਰਦੀਆਂ, म्यूनसिपैलिटी करती। ਜਦੋਂ ਲੋੜ ਹੋਏ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਇਹਦੀ ਐਗਜ਼ੈਕਟ ਪ੍ਰੋਸੀਜਰ ਕੀ ਹੈ। ਉਹ 'ਚ ਦੱਸਿਆ ਜਾਂਦਾ ਵੀ ਕਿੰਨੇ ਲੀਟਰ ਪਾਣੀ ਵਿੱਚ ਕਿੰਨੀ ਗੋਲੀ ਪਾਣੀ ਹੈ। ਨੋਰਮਲੀ ਮੈਂ ਦੇਖਿਆ ਸਾਨੂੰ ਐਜ਼ ਅ ਸਿਟੀਜ਼ਨ ਸਾਨੂੰ ਇਸ ਚੀਜ਼ ਦੀ ਲੋੜ ਨਹੀਂ ਪੈਂਦੀ, ਕਿਉਂਕਿ ਇਹ ਕੰਮ ਜਲ ਬੋਰਡ ਵਾਲੇ ਜਿਹੜੇ ਨੇ ਉਹ ਆਟੋਮੈਟਿਕਲੀ ਸਾਡੇ ਵਾਸਤੇ ਕਰਦੇ ਨੇ। ਪਰ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਪਾਣੀ ਨੂੰ ਇਸ ਤਰ੍ਹਾਂ ਡਿਸਇਨਫੈਕਟ ਕੀਤਾ ਜਾਂਦਾ ਹੈ ਬਾਈ क्लोरीनेशन, ठीक है। ਅੱਗੇ ਚਲੀਏ। ओके, यू आर अ मैंबर ऑफ द म्यूनसिपल बॉडी ऑफ योर टाउन। अपने कस्बे की जो म्यूनसिपैलिटी तुसीं दे मैंबर हो। मेक अ लिस्ट ऑफ मेजर्स दैट वुड हैल्प योर टाउन टू इंश्योर द सप्लाई ऑफ क्लीन वाटर टू ऑल इट्स रेजिडेंट्स। कहते तुसीं वो जिहड़े कदम ने चुकोगे ਉਹਦੀ एक सूची बनाओ ਜਿਹੜੇ ਤੁਸੀਂ ਕਰੋਗੇ बतौर मैंबर, ਤਾਂ ਕਿ ਤੁਹਾਡੇ ਜਿਹੜੇ ਕਸਬਾ ਹੈ, ਤੁਹਾਡਾ ਸ਼ਹਿਰ ਹੈ, ਉਹਦੇ ਜਿਹੜੇ ਵਸਨੀਕ ਨੇ, ਉਹਦੇ ਰੈਜ਼ੀਡੈਂਟਸ ਨੇ, ਰਹਿਣ ਵਾਲੇ ਵਸਿੰਦੇ ਨੇ, ਉਹਨਾਂ ਨੂੰ ਸਾਫ਼ ਪਾਣੀ ਪੀਣ ਨੂੰ ਮਿਲੇ। सो आओ देखिए बच्चों वो किहड़े स्टेप ने। ओके, फॉलोइंग इज द लिस्ट ऑफ मेजर्स टू इंश्योर द सप्लाई ऑफ क्लीन वाटर टू आवर रेजिडेंट्स, ठीक है। वो किहड़े स्टेप ने। कीपिंग द एरिया अराउंड द वाटर पाइप्स क्लीन। पहली गल तो जिहड़े पाइप ने पानी दे सप्लाई माफ़ करना, उन्हां दे आस पास का सारा एरिया साफ होना चाहिए। उत्थे कोई पानी, उत्थे चिकड़ नहीं होना चाहिए, उत्थे गंद नहीं होना चाहिए, ठीक है। बिल्डिंग दी वाटर रिजर्वायर इन अ क्लीन एरिया एंड मेनटेनिंग द सेम इन हाइजीनिक कंडीशन। जिहड़ी पानी की टंकी होंदी है उन्हें कहते वाटर रिजर्वायर, उन्होंने उस थां ते बनाया जाए जिहड़ा आला दुआला बिल्कुल साफ होवे ते आले दुआले नूं हमेशा नाल साफ रेगूलर किया जाए, उन्होंने मेनटेन किया जाए। उत्थे फुल बूटे ला दिते जाण, घाह लित्ती जाए, वाड़ ला दी जाए, ताकि उत्थे कोई गंदगी ना पवे, ठीक है। उत्थे कोई जंगल पानी ना करे, या उत्थे पानी इकट्ठा ना होवे, उत्थे कोई कैमिकल या गंद मंद ना सिੱਟੇ, ठीक है। यूजिंग क्लोरीनेशन फॉर प्योरीफाइंग वाटर। दसिया पहले कि पानी को साफ करने लई, डिसइनफैक्ट करने लई, जम फ्री करने लई उसका क्लोरीफिकेशन किया जाएगा। इंश्योरिंग दैट द वाटर सप्लाई पाइप्स आर नॉट लेड, लेड मैंने लम्बे पाने, मतलब कि बिछाने। सप्लाई पाइप नॉट लेड, ना बिछाए जान। इन क्लोज प्रॉक्सीमिटी, क्लोज प्रॉक्सीमिटी बिल्कुल नेड़े करके टू दी सूएज पाइप। ਜਿਹੜੇ ਪਾਈਪਾਂ ਵਿੱਚੋਂ ਟॉयलेट ਦਾ ਗੰਦ ਜਾਂਦਾ ਹੈ, ਨਹਾਉਣ ਧੋਣ ਦਾ ਜਿਹੜਾ ਕੱਪੜੇ ਧੋਣ ਦਾ ਗੰਦਾ ਪਾਣੀ ਜਾਂਦਾ ਹੈ, ਉਹ ਜਿਹੜਾ ਸੀਵੇਜ ਦਾ ਪਾਈਪ ਹੈ ਉਹਦੇ ਲਾਗੇ ਸਪਲਾਈ ਦੇ ਪਾਈਪ ਨਾ ਪਾਈ ਜਾਣ। ਕਈ ਵਾਰ ਕੀ ਹੁੰਦਾ ਬੱਚਿਓ, ਦੋਨੋਂ ਪਾਈਪ ਸੁਰਾਖ ਹੋ ਜਾਂਦਾ, ਠੀਕ ਹੈ। ਤੇ ਉਹ ਪਾਣੀ ਜਿਹੜਾ ਸੂਰਜ ਦਾ ਪਾਣੀ ਲੀਕ ਹੋ ਕੇ ਆਉਂਦਾ ਬਾਹਰ ਪਾਈਪ ਚੋਂ, ਤੇ ਉਹ ਜਿਹੜੀ ਗੰਦਾ ਪਾਣੀ ਹੈ ਉਹ ਫਿਰ ਜੇ ਪਾਈਪ ਸਪਲਾਈ ਪਾਈਪ ਲੀਕ ਹੋ ਜਾਏ ਤੇ ਉਹ 'ਚ ਗੰਦਾ ਪਾਣੀ ਚਲਾ ਜਾਂਦਾ। ਇਹਨਾਂ ਬੜੇ ਲੋਕ ਬਿਮਾਰ ਹੋ ਜਾਂਦੇ ਨੇ, ਕਿਸੇ ਨੂੰ ਟਾਈਫਾਈਡ ਹੋ ਜਾਂਦਾ ਹੈ, ਕਿਸੇ ਨੂੰ ਜੌਂਡਿਸ ਹੋ ਜਾਂਦਾ ਹੈ, ਪਾਣੀ 'ਚ ਮੁਸ਼ਕ ਆ ਜਾਂਦਾ ਹੈ। ਸੋ ਸੀਵੇਜ ਪਾਈਪ ਤੇ ਜਿਹੜੇ ਇਹ ਵਾਲੇ ਪਾਈਪ ਨੇ ਸਪਲਾਈ ਪਾਈਪ, ਇਹ ਬਿਲਕੁਲ ਨੇੜੇ ਨੇੜੇ ਨਾ ਲਾਏ ਜਾਣ ਤੇ ਇਹਨਾਂ ਨੂੰ ਚੈੱਕ ਕਰਦੇ ਰਹਿਣਾ चाहिए है। आगे चलिए। ओके, क्वेश्चन नंबर 5, एक्सप्लेन द डिफरेंसेस बिटवीन प्योर एयर एंड पोल्यूटेड एयर। प्रदूषित हवा ਅਤੇ ਸਾਫ ਹਵਾ ਦੇ ਵਿੱਚ ਅੰਤਰ ਦੱਸੋ। सो प्योर एयर कंटेन्स 78% नाइट्रोजन, 21% ऑक्सीजन एंड 0.03% कार्बन डाइऑक्साइड। ਇਹ ਤੇ ਹੈਗਾ ਬੱਚਿਓ ਮੋਟੇ ਤੌਰ ਤੇ, ਦੇਖੋ 78 और 21 ਕਿੰਨਾ ਹੋ ਗਿਆ, 99 ਤੇ 0.03%। ਸੋ ਬਾਕੀ 1% ਤੋਂ ਵੀ ਘੱਟ ਜਿਹੜਾ ਹੈ ਉਹ ਕੀ ਹੈਗਾ, ਇਟ ਹੈਜ਼ ਆਲਸੋ ਹੈਜ਼ ਅਦਰ ਗੈਸਿਸ ਸਚ ਐਜ਼ ਮੀਥੇਨ, ਆਰਗਨ, ਨਿਓਨ, ਵਾਟਰ ਵੇਪਰ ਐਟਸੈਟਰਾ ਇਨ ਵੈਰੀ ਸਮਾਲ ਕੁਆਂਟੀਟੀਜ਼। ਬਹੁਤ ਘੱਟ ਮਾਤਰਾ ਵਿੱਚ ਇਹ ਹੈਗੀ ਹੈ ਪਿਓਰ ਏਅਰ, ਠੀਕ ਹੈ। Polluted air on the other hand is contaminated by unwanted substances like oxides of nitrogen and sulfur। ਸਲਫਰ ਅਤੇ ਨਾਈਟ੍ਰੋਜਨ ਦੇ ਆਕਸਾਈਡ ਵੀ ਹੁੰਦੇ ਨੇ, ਕਾਰਬਨ ਮੋਨੋਆਕਸਾਈਡ ਹੁੰਦੀ ਹੈ, chlorofluorocarbons etc. These pollutants have harmful effects on both living and non-living things। ਜੀਵੀਆਂ ਵਸਤੂਆਂ ਜਿਹੜੇ ਬੂਟੇ ਨੇ, ਜੀਵ ਜੰਤੂ ਨੇ, ਤੇ ਬਿਲਡਿੰਗਾਂ ਨੇ, ਮੋਨੂਮੈਂਟਸ ਨੇ, ਜਿਹੜੇ ਨਿਰਜਿੰਦ ਨੇ, ਉਹਨਾਂ ਤੇ ਵੀ ਮਾੜਾ ਅਸਰ ਪੈਂਦਾ ਹੈ ਤੇ ਜੀਵ ਜੰਤੂਆਂ ਤੇ ਵੀ ਮਾੜਾ ਅਸਰ ਪੈਂਦਾ ਹੈ ਇਸ ਗੰਦੀ ਹਵਾ ਦਾ, ਠੀਕ ਹੈ। ਅੱਗੇ ਚਲੀਏ। क्वेश्चन नंबर 6, explain circumstances leading to acid rain। how does acid rain affect us। ਕਹਿੰਦੇ ਉਹ ਹਾਲਾਤ ਦੱਸੋ ਜਿਹਦੇ ਰਾਹੀਂ ਐਸਿਡ ਰੇਨ ਬਣਦੀ ਹੈ ਤੇ ਇਹਦਾ ਸਾਡੇ ਤੇ ਕੀ ਅਸਰ ਪੈਂਦਾ ਹੈ। ਸੋ ਬਰਨਿੰਗ ਆਫ ਕੋਲ ਐਂਡ ਡੀਜ਼ਲ, ਜਦੋਂ ਕੋਲ ਔਰ ਡੀਜ਼ਲ
बलदा है, it gives off sulfur dioxide gas and petrol engines release gaseous oxides of nitrogen. ਜਦੋਂ ਪੈਟਰੋਲ ਬਰਨ ਹੁੰਦਾ ਹੈ ਉਹ ਚੋਂ ਨਾਈਟ੍ਰੋਜਨ ਆਕਸਾਈਡ ਦੇ ਆਕਸਾਈਡਸ ਆਫ ਨਾਈਟ੍ਰੋਜਨ ਨਿਕਲਦੇ ਨੇ। ਜਦੋਂ ਕੋਲਾ ਤੇ ਡੀਜ਼ਲ ਬਰਨ ਕੀਤਾ ਜਾਂਦਾ ਉਦੋਂ ਸਲਫਰ ਡਾਈਆਕਸਾਈਡ ਗੈਸ ਨਿਕਲਦੀ ਹੈ। ਥੀਸ ਆਕਸਾਈਡਸ ਰਿਐਕਟ ਵਿਦ ਵਾਟਰ ਵੇਪਰ। ਹੁਣ ਹਵਾ ਵਿੱਚ ਆਪਣਾ ਪਾਣੀ ਵੀ ਹੈਗਾ, ਵਾਟਰ ਵੇਪਰ ਹੈਗਾ ਹਨਾ, ਪਾਣੀ ਦੀ ਭਾਪ ਬਣੀ ਹੋਈ ਹੈਗੀ ਹੈ ਜਿਹਨੂੰ ਅਸੀਂ ਨਮੀ ਕਹਿੰਦੇ ਹਾਂ, ਹਿਊਮਿਡਿਟੀ ਕਹਿੰਦੇ ਹਾਂ, ਹੁਮਸ ਕਹਿੰਦੇ ਹਾਂ। ਉਹਦੇ ਨਾਲ ਫਿਰ ਕੀ ਬੱਚਿਓ ਕਿ ਇਹ ਸਲਫਰ ਤੋਂ ਬਣ ਗਿਆ ਸਲਫਿਊਰਸ ਐਸਿਡ ਤੇ ਨਾਈਟ੍ਰੋਜਨ ਤੋਂ ਬਣ ਜਾਂਦਾ ਹੈ ਨਾਈਟ੍ਰਿਕ ਐਸਿਡ। ਠੀਕ ਹੈ, ਇਹ ਐਸਿਡ ਰਿਸਪੈਕਟਿਵ ਐਸਿਡਸ ਐਂਡ ਕਮ ਡਾਊਨ ਵਿਦ ਦੀ ਰੇਨ। ਤੇ ਜਿਹੜੇ ਉਹ ਐਸਿਡ ਬਣ ਜਾਂਦਾ, ਜਿਹੜੇ ਮੀਂਹ ਪੈਂਦਾ ਤੇ ਉਹ ਮੀਂਹ ਵਿੱਚ ਐਸਿਡ ਮਿਕਸ ਹੋ ਜਾਂਦੇ ਨੇ, ਵਿਚ ਇਜ਼ ਦੈਨ ਨੋਨ ਐਜ਼ ਐਸਿਡ ਰੇਨ। ਫਿਰ ਇਹ ਤੇਜ਼ਾਬੀ ਪਾਣੀ ਬਣ ਜਾਂਦਾ, ਤੇਜ਼ਾਬੀ ਮੀਂਹ ਦਾ ਪਾਣੀ ਬਣ ਜਾਂਦਾ ਹੈ। ਐਸਿਡ ਰੇਨ ਇਜ਼ ਵੈਰੀ ਹਾਰਮਫੁਲ ਫॉर ਕ੍ਰੌਪਸ। ਫਸਲਾਂ ਤੇ ਡਿੱਗਦਾ ਹੈ, ਫਸਲਾਂ ਦਾ ਨੁਕਸਾਨ ਹੁੰਦਾ ਹੈ। ਸੋਇਲ, ਮਿੱਟੀ ਦੀ ਜਿਹੜੀ ਫਰਟੀਲਿਟੀ ਹੈ, ਉਪਜਾਊ ਸ਼ਕਤੀ ਹੈ, ਉਹ 'ਤੇ ਮਾੜਾ ਅਸਰ ਪੈਂਦਾ ਹੈ। ਬਿਲਡਿੰਗਸ, ਜਿਹੜੇ ਮੋਨੂਮੈਂਟਸ ਨੇ, ਬਿਲਡਿੰਗਸ ਨੂੰ ਉਹਦਾ ਰੰਗ ਚੇਂਜ ਕਰ ਦਿੰਦਾ ਹੈ, ਉਹਨੂੰ ਖੋਰ ਦਿੰਦਾ ਹੈ। ਐਂਡ ਐਕੁਐਟਿਕ ਲਾਈਫ, ਐਕੁਐਟਿਕ ਲਾਈਫ ਜਿਹੜੇ ਜੀਵ ਜੰਤੂ ਪਾਣੀ ਵਿੱਚ ਰਹਿੰਦੇ ਨੇ ਜਾਂ ਜਿਹੜੇ ਬੂਟੇ ਪਾਣੀ ਵਿੱਚ ਨੇ, ਤਲਾਬ ਵਿੱਚ ਨੇ, ਝੀਲਾਂ ਵਿੱਚ ਨੇ, ਨਦੀਆਂ ਵਿੱਚ ਨੇ, ਉਹ ਜਿਹੜੇ ਐਸਿਡ ਪਾਣੀ ਜਿਹੜਾ ਹੈ ਐਸਿਡ ਰੇਨ ਉੱਥੇ ਡਿੱਗਦੀ ਹੈ ਜਾਂ ਰੁੜ ਕੇ ਪਾਣੀ ਵਿੱਚ ਜਾਂਦਾ ਹੈ, ਉਹਦੇ ਨਾਲ ਜਿਹੜੇ ਜੀਵ ਜੰਤੂ ਨੇ ਉਹਨਾਂ ਦਾ ਸਰਵਾਈਵਲ, ਉਹਨਾਂ ਦਾ ਜੀਣਾ ਵੀ ਦੁਸ਼ਵਾਰ ਹੋ ਜਾਂਦਾ ਹੈ। ਉਹ 'ਚੋਂ ਕਈ ਜਿਹੜੇ ਜਾਨਵਰ ਤਗੜੇ ਨਹੀਂ ਹੁੰਦੇ ਉਹ ਮਰ ਜਾਂਦੇ ਨੇ। ਠੀਕ ਹੈ, ਤਾਂ ਅੱਗੇ ਚਲੀਏ। ਓਕੇ, ਕੁਐਸਚਨ ਨੰਬਰ 7, ਵਿਚ ਆਫ ਦੀ ਫੋਲੋਇੰਗ ਇਜ਼ ਨਾਟ ਅ ਗ੍ਰੀਨ ਹਾਊਸ ਗੈਸ। ਚਲੋ ਬਹੁਤ ਵਧੀਆ, ਇਹਨਾਂ ਤੁਹਾਨੂੰ ਇਹ ਪਤਾ ਲੱਗ ਜਾਏਗਾ ਕਿਹੜੀ ਗੈਸਿਸ ਗ੍ਰੀਨ ਹਾਊਸ ਗੈਸਿਸ ਨੇ। ਕਾਰਬਨ ਡਾਈਆਕਸਾਈਡ ਇਜ਼ ਅ ਗ੍ਰੀਨ ਹਾਊਸ ਗੈਸ ਕਿਉਂਕਿ ਇਹ ਟਰੈਪ ਕਰ ਲੈਂਦੀ ਹੈ ਹੀਟ ਨੂੰ। ਸਲਫਰ ਡਾਈਆਕਸਾਈਡ ਇਜ਼ ਆਲਸੋ ਅ ਗ੍ਰੀਨ ਹਾਊਸ ਗੈਸ। ਮੀਥੇਨ ਇਜ਼ ਆਲਸੋ ਅ ਗ੍ਰੀਨ ਹਾਊਸ ਗੈਸ। ਬਟ ਨਾਈਟ੍ਰੋਜਨ ਜਿਹਦੀ ਮਾਤਰਾ ਬੱਚਿਓ ਸਭ ਤੋਂ ਜ਼ਿਆਦਾ ਹਵਾ ਵਿੱਚ 78%, ਇਟ ਇਜ਼ ਨਾਟ ਅ ਗ੍ਰੀਨ ਹਾਊਸ ਗੈਸ। ਇਹ ਯਾਦ ਰੱਖਣਾ, ਜੇ ਗ੍ਰੀਨ ਹਾਊਸ ਗੈਸ ਹੁੰਦੀ ਤੇ 78% ਕਿਉਂ ਹੁੰਦੀ ਹੈ ਨਾ। ਸਿੰਪਲ ਜਿਹਾ ਲੌਜਿਕ ਅਸੀਂ ਵਰਤ ਸਕਦੇ ਹਾਂ। ਸੋ ਅਵਰ ਏਅਰ ਇਜ਼ 78% ਨਾਈਟ੍ਰੋਜਨ, ਸੋ ਇਟ ਇਜ਼ ਨਾਟ ਅ ਗ੍ਰੀਨ ਹਾਊਸ ਗੈਸ। ਅਗਰ ਗ੍ਰੀਨ ਹਾਊਸ ਗੈਸ ਹੁੰਦੀ ਫਿਰ ਤੇ ਇੱਥੇ ਲਾਈਫ ਪੋਸੀਬਲ ਹੀ ਨਹੀਂ ਹੋਣੀ ਸੀਗੀ ਹੈ ਨਾ, 78% ਹੈਗੀ ਹੈ। ਸੋ ਨਾਈਟ੍ਰੋਜਨ ਇਜ਼ ਨਾਟ ਅ ਗ੍ਰੀਨ ਹਾਊਸ ਗੈਸ। ਆਓਗੇ ਚਲੀਏ। ਓਕੇ, ਡਿਸਕ੍ਰਾਈਬ ਦੀ ਗ੍ਰੀਨ ਹਾਊਸ ਇਫੈਕਟ ਇਨ ਯੂਰ ਓਨ ਵਰਡਸ। ਆਪਣੇ ਸ਼ਬਦਾਂ ਵਿੱਚ ਗ੍ਰੀਨ ਹਾਊਸ ਇਫੈਕਟ ਬਾਰੇ ਲਿਖੋ। ਠੀਕ ਹੈ, ਇਹਦਾ ਵੇਰਵਾ ਦਿਓ। ਇਨ ਅ ਗ੍ਰੀਨ ਹਾਊਸ, ਜਿਹੜਾ ਗ੍ਰੀਨ ਹਾਊਸ ਹੁੰਦਾ ਬੱਚਿਓ, ਇਹ ਜਾਂ ਕੱਚ ਦਾ ਬਣਿਆ ਹੁੰਦਾ ਹੈ ਜਾਂ ਕੱਚ ਵਰਗੇ ਪਲਾਸਟਿਕ ਦਾ ਬਣਿਆ ਹੁੰਦਾ ਹੈ। ਗਲਾਸ, ਪਲਾਸਟਿਕ ਗਲਾਸ ਦਾ ਬਣਿਆ ਹੁੰਦਾ ਬੜਾ ਵੱਡਾ। ਠੀਕ ਹੈ, ਜਾਂ ਥਿਕ, ਮਤਲਬ ਕਿ ਜਿੱਦਾਂ ਮੋਮ ਜਮਾ ਟਾਈਪ ਨਹੀਂ ਹੁੰਦਾ, ਮੋਟਾ ਥਿਕ ਉਹਦਾ ਬਣਿਆ ਹੁੰਦਾ ਹੈ। ਇਟ ਇਜ਼ ਯੂਜ਼ਡ ਫॉर ਗਰੋਇੰਗ ਦੀ ਸਮਰ ਪਲਾਂਟਸ ਇਨ ਵਿੰਟਰ। ਠੀਕ ਹੈ, ਇਹਦਾ ਇਹ ਮੇਨ ਪਰਪਸ ਹੁੰਦਾ ਹੈ। ਇਨ ਅ ਗ੍ਰੀਨ ਹਾਊਸ ਦੀ ਸਨਸ ਹੀਟ ਇਜ਼ ਅਲਾਉਡ ਟੂ ਗੈਟ ਇਨ ਬਟ ਇਜ਼ ਨਾਟ ਅਲਾਉਡ ਟੂ ਗੋ ਆਊਟ। ਇਹ ਮੇਨ ਸਿਧਾਂਤ ਹੈ। ਜਿਹੜੀ ਸੂਰਜ ਦੀ ਕਿਰਨਾਂ ਨੇ ਗ੍ਰੀਨ ਹਾਊਸ ਵਿੱਚ ਐਂਟਰ ਤੇ ਕਰ ਜਾਂਦੀਆਂ ਪਰ ਫਿਰ ਗ੍ਰੀਨ ਹਾਊਸ ਦੇ ਵਿੱਚ ਅੰਦਰ ਜਾ ਕੇ ਟਰੈਪ ਹੋ ਜਾਂਦੀਆਂ, ਬਾਹਰ ਨਹੀਂ ਨਿਕਲ ਸਕਦੀਆਂ। ਦੀ ਟਰੈਪਡ ਹੀਟ ਵਾਰਮਸ ਦੀ ਪਲਾਂਟਸ ਇਨ ਦ ਗ੍ਰੀਨ ਹਾਊਸ, ਕਿਉਂਕਿ ਉਹ ਸਮਰ ਵਿੱਚ ਉਗਾਣੇ ਨੇ ਪਰ ਬਾਹਰ ਵਿੰਟਰ ਹੈਗੀ ਹੈ ਤੇ ਗ੍ਰੀਨ ਹਾਊਸ ਦੇ ਅੰਦਰ ਗਰਮੀ ਹੋ ਜਾਂਦੀ ਹੈ। ਠੀਕ ਹੈ, ਇਟ ਵਾਰਮਸ ਦੀ ਪਲਾਂਟਸ ਇਨ ਦ ਗ੍ਰੀਨ ਹਾਊਸ। ਦੀ ਟਰੈਪਿੰਗ ਆਫ ਰੇਡੀਏਸ਼ਨਸ, ਜਿਹੜੀ ਕਿਰਨਾਂ ਨੇ ਬਾਈ ਦੀ ਅਰਥਸ ਐਟਮੋਸਫੀਅਰ ਇਜ਼ ਸਿਮਿਲਰ ਟੂ ਦਿਸ ਪ੍ਰੋਸੈਸ। ਸਾਡੀ ਧਰਤੀ ਵੀ ਇਸੇ ਤਰ੍ਹਾਂ ਗਰਮ ਹੁੰਦੀ ਹੈ। ਜਿਹੜੀ ਸਨਰੇਜ਼ ਆਉਂਦੀਆਂ ਨੇ ਉਹ ਰਿਫਲੈਕਟ ਹੋ ਕੇ ਜਾਂਦੀਆਂ ਨੇ, ਕੁਝ ਐਬਜ਼ੌਰਬ ਹੋ ਜਾਂਦੀਆਂ, ਜਿਹੜੀ ਰਿਫਲੈਕਟ ਹੋ ਕੇ ਜਾਂਦੀ ਹੈ ਤੇ ਜਿਹੜੀ ਗ੍ਰੀਨ ਹਾਊਸ ਗੈਸਿਸ ਐਟਮੋਸਫੀਅਰ ਵਿੱਚ ਹੈਗੀਆਂ ਨੇ, ਦੇ ਟਰੈਪ ਦੀਜ਼ ਰੇਡੀਏਸ਼ਨਸ। ਉਹ ਟਰੈਪਡ ਰੇਡੀਏਸ਼ਨਸ ਫਿਰ ਸਾਡੇ ਧਰਤੀ ਨੂੰ ਨਿੱਘਾ ਰੱਖਦੀਆਂ ਨੇ। ਠੀਕ ਹੈ, ਦੈਟ ਇਜ਼ ਵਾਈ ਇਟ ਇਜ਼ ਕਾਲਡ ਦੀ ਗ੍ਰੀਨ ਹਾਊਸ ਇਫੈਕਟ, ਕਿਉਂਕਿ ਇਹ ਜਿਹੜਾ ਧਰਤੀ ਨੂੰ ਗਰਮ ਕਰਨ ਦਾ ਤਰੀਕਾ ਹੈ ਇਹ ਗ੍ਰੀਨ ਹਾਊਸ ਵਰਗਾ ਹੀ ਪ੍ਰਕਿਰਿਆ ਹੈ। ਇਟ ਇਜ਼ ਦਿਸ ਪ੍ਰੋਸੈਸ ਇਜ਼ ਸਿਮਿਲਰ ਟੂ ਦੈਟ। ਠੀਕ ਹੈ, ਵੈਨ ਦੀ ਸਨਸ ਰੇਜ਼ ਫਾਲ ਔਨ ਦੀ ਅਰਥ, ਜਦੋਂ ਸੂਰਜ ਦੀ ਕਿਰਨਾਂ ਡਿੱਗਦੀਆਂ ਧਰਤੀ ਤੇ, ਅ ਪਾਰਟ ਆਫ ਦੀ ਰੇਡੀਏਸ਼ਨ ਇਜ਼ ਐਬਜ਼ੌਰਬਡ ਬਾਈ ਇਟ, ਕੁਛ ਤੇ ਧਰਤੀ 'ਚ ਐਬਜ਼ੌਰਬ ਹੋ ਜਾਂਦਾ ਹੈ। ਐਂਡ ਅ ਪਾਰਟ ਇਜ਼ ਰਿਫਲੈਕਟਡ ਬੈਕ ਇਨਟੂ ਸਪੇਸ, ਤੇ ਕੁਛ ਸਪੇਸ ਵਿੱਚ ਰਿਫਲੈਕਟ ਹੋ ਕੇ ਵਾਪਸ ਚਲਾ ਜਾਂਦਾ ਹੈ। ਤੇ ਪਾਰਟ ਆਫ ਦੀ ਰਿਫਲੈਕਟਡ ਰੇਡੀਏਸ਼ਨ ਇਜ਼ ਟਰੈਪਡ ਬਾਈ ਦੀ ਐਟਮੋਸਫੀਅਰ, ਕੁਛ ਹਿੱਸਾ ਜਿਹੜਾ ਹੈ ਉਹ ਐਟਮੋਸਫੀਅਰ ਵਿੱਚ ਟਰੈਪ ਕਰ ਲਿਆ ਜਾਂਦਾ ਹੈ। ਵਿਚ ਇਨ ਟਰਨ ਵਾਰਮਸ ਦੀ ਅਰਥ, ਤੋਂ ਜੋ ਟਰੈਪਡ ਹੀਟ ਹੈਗੀ ਹੈ ਉਹ ਸਾਡੀ ਧਰਤੀ ਨੂੰ ਨਿੱਘਾ ਰੱਖਦੀ ਹੈ। ਤੇ ਗ੍ਰੀਨ ਹਾਊਸ ਇਫੈਕਟ ਇਜ਼ ਰਿਸਪੋਂਸੀਬਲ ਫॉर ਗਲੋਬਲ ਵਾਰਮਿੰਗ। ਸੋ ਗ੍ਰੀਨ ਹਾਊਸ ਇਫੈਕਟ ਇਜ਼ ਡਿਜ਼ਾਇਰੇਬਲ, ਇਹ ਨੋਟਸ ਵਿੱਚ ਦੱਸਿਆ ਹੈ। ਇਟ ਇਜ਼ ਵੈਰੀ ਇੰਪੋਰਟੈਂਟ ਫॉर ਦੀ ਸਰਵਾਈਵਲ ਆਫ ਲਾਈਫ ਔਨ ਦੀ ਅਰਥ। ਪਰ ਬੱਚੇ ਹੋਇਆ ਕਿ ਇਹ ਕਾਰਬਨ ਡਾਈਆਕਸਾਈਡ ਦੀ ਮਾਤਰਾ ਵੱਧ ਗਈ ਹੈ, ਸਲਫਰ ਡਾਈਆਕਸਾਈਡ ਦੀ ਮਾਤਰਾ ਵੱਧ ਗਈ, ਮੀਥੇਨ ਦੀ ਮਾਤਰਾ ਵੱਧ ਗਈ ਹੈ। ਉਹਦੇ ਨਾਲ ਕਿ ਗ੍ਰੀਨ ਹਾਊਸ ਇਫੈਕਟ ਜਿਹੜਾ ਨਾਰਮਲ ਹੋਣਾ ਚਾਹੀਦਾ ਸੀ ਉਹ ਤੋਂ ਜ਼ਿਆਦਾ ਹੋ ਗਿਆ। ਸੋ ਇਟ ਇਜ਼ ਕਾਜ਼ਿੰਗ ਦੀ ਗਲੋਬਲ ਵਾਰਮਿੰਗ, ਮਤਲਬ ਕਿ ਉਹ ਜਿੰਨਾ ਗ੍ਰੀਨ ਹਾਊਸ ਇਫੈਕਟ ਕੁਦਰਤ ਨੇ ਸਾਨੂੰ ਦਿੱਤਾ ਸੀ ਅਸੀਂ ਇਹਨੂੰ ਵਿਗਾੜ ਕੇ ਜ਼ਿਆਦਾ ਕਰ ਦਿੱਤਾ ਹੈ। ਕਿਸ ਤਰ੍ਹਾਂ?
पेड़ कट कट के, इंडस्ट्री वधा के, व्हीकल्स यूज़ कर करके ਤੇ ਹੋਰ ਇਸ ਤਰ੍ਹਾਂ ਦੀ ਐਕਟੀਵਿਟੀਜ਼ ਕਰ ਕਰਕੇ, ਹਿਊਮਨ ਐਕਟੀਵਿਟੀਜ਼ ਕਰਕੇ ਜਿਹੜਾ ਕਾਰਬਨ ਫੁੱਟਪ੍ਰਿੰਟ ਹੈ ਉਹ ਬੜਾ ਵੱਧ ਗਿਆ। ਸੋ ਉਹਨਾਂ ਕਾਰਬਨ ਡਾਈਆਕਸਾਈਡ ਗੈਸ ਦੀ ਮਾਤਰਾ ਹਵਾ 'ਚ ਵੱਧ ਗਈ ਤੇ ਉਹਦੇ ਕਰਕੇ ग्लोबल वार्मिंग भी हो रही है, ग्रीन हाउस इफेक्ट ज़्यादा हो गया। ठीक है बच्चों, आओगे चलिए। क्वेश्चन नंबर 9, ब्रीफ प्रिपेयर अ ब्रीफ स्पीच। ब्रीफ ने संक्षेप एक तुसी स्पीच तैयार करो कहते ऑन ग्लोबल वार्मिंग पे। यू हैव टू डिलीवर द स्पीच इन योर क्लास। सो बच्चों मैं एड्रैस का नहीं लिखा, वो तुसी वो फिर उन्ना कोई फायदा नहीं, वो तुसी अगर लिख सकते हो डियर टीचर्स, आई मीन रिस्पेक्टेड टीचर्स एंड डियर स्टूडेंट्स, माई फेलो स्टूडेंट्स, आई एम हेयर to address, I'm here to share my views on global warming। ठीक है today बस इदा, और तुसी स्टार्टिंग च लाइन लिख सकते हो। सो ग्लोबल वार्मिंग इज द इंक्रीज इन द एवरेज टेंपरेचर ऑफ द अर्थ सरफेस। पहली गल तो एक सेंटेंस हो गया कि ग्लोबल वार्मिंग है की। ग्लोबल वार्मिंग है कि जो धरती का औसतन तापमान है वो जो वाधा है उन्होंने कहा जाता है ग्लोबल वार्मिंग, जिन्होंने कहा जाता है आलमी तपश। ठीक है, इट अकर्स ड्यू टू द इंक्रीज कंसनट्रेशन ऑफ ग्रीन हाउस गैसेज इन द एटमोसफेयर। ਹੁਣ ਅੱਗੇ ਕਾਰਨ ਆ ਗਿਆ ਕਿਉਂ, ਕਹਿੰਦੇ ਇਹ ਗ੍ਰੀਨ ਹਾਊਸ ਗੈਸਿਸ ਦੀ ਮਾਤਰਾ ਕੰਸਨਟ੍ਰੇਸ਼ਨ ਵੱਧ ਰਹੀ ਹੈ ਐਟਮੋਸਫੇਅਰ 'ਚ, ਇਹਦੇ ਕਰਕੇ ਹੋ ਰਿਹਾ ਹੈ। ਦੀ ਗ੍ਰੀਨ ਹਾਊਸ ਗੈਸਿਸ ਲਾਈਕ ਮੀਥੇਨ, ਕਾਰਬਨ ਡਾਈਆਕਸਾਈਡ ਐਂਡ ਵਾਟਰ ਵੇਪਰ, ਦੇ ਟਰੈਪ ਦੀ ਸੋਲਰ ਰੇਡੀਏਸ਼ਨਸ ਰਿਫਲੈਕਟਡ ਆਫ ਦੀ ਅਰਥ। ਜਿਹੜੀਆਂ ਧਰਤੀ ਤੋਂ ਰਿਫਲੈਕਟ ਹੋ ਕੇ ਜਾਂਦੀਆਂ ਸਪੇਸ ਵਿੱਚ, ਉਹਨੂੰ ਇਹ ਗੈਸਾਂ ਟਰੈਪ ਕਰ ਲੈਂਦੀਆਂ। ਫਿਰ ਡੀਫੋਰੈਸਟੇਸ਼ਨ, ਅਸੀਂ ਪੇੜ ਵੱਢ ਦਿੱਤੇ, ਕਿਉਂਕਿ ਪੇੜ ਵੱਢਣ ਨਾਲ ਕੀ ਹੁੰਦਾ ਬੱਚੇ, ਵੈਨ ਵੀ ਕੱਟ ਦ ਟਰੀਜ਼, ਦੀ ਨੰਬਰ ਆਫ ਟਰੀਜ਼ ਵਿਚ ਕੁਡ ਐਬਜ਼ੌਰਬ ਦੀ ਕਾਰਬਨ ਡਾਈਆਕਸਾਈਡ, which could consume the carbon dioxide for photosynthesis, ਉਹਨਾਂ ਦੀ ਗਿਣਤੀ ਘਟ ਗਈ। ਸੋ ਗਿਣਤੀ ਘਟ ਗਈ ਤੇ ਕਾਰਬਨ ਡਾਈਆਕਸਾਈਡ ਦੀ ਕੰਜ਼ੰਪਸ਼ਨ ਘਟ ਗਈ। ਜੇ ਕਾਰਬਨ ਡਾਈਆਕਸਾਈਡ ਦੀ ਕੰਜ਼ੰਪਸ਼ਨ ਘਟ ਗਈ ਤੇ ਹਵਾ ਵਿੱਚ ਕਾਰਬਨ ਡਾਈਆਕਸਾਈਡ ਦੀ ਮਾਤਰਾ ਵੱਧ ਗਈ। ਫਿਰ ਅੱਗੇ ਆ ਗਿਆ ਇੰਡਸਟਰੀਅਲ ਗਰੋਥ, ਇੰਡਸਟਰੀਆਂ ਵੱਧ ਗਈਆਂ, ਚਿਮਨੀਆਂ ਲੱਗ ਗਈਆਂ ਤੇ ਉਹ ਕੀ ਕਰਦੀਆਂ, ਦੇ ਬਰਨ ਫਿਊਲ, ਦੇ ਬਰਨ ਡੀਜ਼ਲ, ਦੇ ਬਰਨ ਕੋਲ, ਤੇ ਉਹਨਾਂ ਜਿਹੜਾ ਧੂੰਆਂ ਨਿਕਲਦਾ ਉਹਦੇ ਵਿੱਚ ਕਾਰਬਨ ਡਾਈਆਕਸਾਈਡ, ਸਲਫਰ ਡਾਈਆਕਸਾਈਡ, ਨਾਈਟ੍ਰੋਜਨ ਗੈਸਿਸ ਹੈਗੀਆਂ। ਐਂਡ ਇਨਕਰੀਜ਼ਿੰਗ ਵਹੀਕੂਲਰ ਟ੍ਰੈਫਿਕ, ਤੇ ਵਾਹਨ ਵੱਧ ਗਏ, ਬੱਸਾਂ, ਟਰੱਕ, ਟੈਂਪੂ ਤੇ ਆਪਣੀਆਂ ਕਾਰਾਂ ਵੱਧ ਗਈਆਂ, ਉਹ 'ਚ ਵੀ ਪੈਟਰੋਲ ਡੀਜ਼ਲ ਬਰਨ ਹੁੰਦਾ, ਉਹ 'ਚ ਵੀ ਗੈਸਿਸ ਨਿਕਲਦੀਆਂ। ਹੈਜ਼ ਕਾਜ਼ਡ ਐਨ ਇਨਕਰੀਜ਼ ਇਨ ਦੀ ਕੰਸਨਟ੍ਰੇਸ਼ਨ ਆਫ ਗ੍ਰੀਨ ਹਾਊਸ ਗੈਸਿਸ। ਇਹ ਕਾਰਨ ਹੈ, ਇਹਦੇ ਕਰਕੇ ਗ੍ਰੀਨ ਹਾਊਸ ਗੈਸਿਸ ਵੱਧ ਗਈਆਂ। ਗਲੋਬਲ ਵਾਰਮਿੰਗ ਹੈਜ਼ ਬਿਕਮ ਅ ਮੇਜਰ ਕੰਸਰਨ ਫॉर ਗਵਰਨਮੈਂਟਸ ਵਰਲਡ ਵਾਈਡ। ਇਹ ਸਾਰੀ ਸਰਕਾਰਾਂ ਲਈ ਬੜਾ ਚਿੰਤਾ ਦਾ ਵਿਸ਼ਾ ਬਣ ਗਿਆ। An increase in the Earth's temperature by even as little as 0.5 degree Celsius can have very serious effect। ਕਹਿੰਦੇ ਜੇ ਸਾਡਾ ਧਰਤੀ ਦਾ ਤਾਪਮਾਨ ਅੱਧਾ ਡਿਗਰੀ ਵੀ ਵੱਧ ਜਾਏ ਤੇ ਉਹਦੇ ਬੜੇ ਚਿੰਤਾਜਨਕ, ਬੜੇ ਮਾੜੇ ਗੰਭੀਰ ਅਸਰ ਹੋ ਸਕਦੇ ਨੇ। ਜਿੱਦਾਂ ਗਲੇਸ਼ੀਅਰਸ, ਜਿਹੜੇ ਬਰਫ਼ ਦੇ ਪਹਾੜ ਨੇ, ਇਨ ਦੀ ਮਾਊਂਟੇਨਸ ਹੈਵ ਸਟਾਰਟਡ ਮੈਲਟਿੰਗ। ਗਲੇਸ਼ੀਅਰਸ ਜਿਹੜੇ ਬਰਫ਼ ਦੇ ਲੋਧੇ ਨੇ ਉਹ ਪਿਘਲਣੇ ਸ਼ੁਰੂ ਹੋ ਗਏ ਨੇ ਬਿਕੋਜ਼ ਆਫ ਗਲੋਬਲ ਵਾਰਮਿੰਗ, ਟੈਂਪਰੇਚਰ ਵੱਧ ਗਿਆ। ਮੈਨੀ ਇੰਸਟੈਂਸਿਸ ਆਫ ਫਲੱਡਸ, ਬੜੇ ਹੜ੍ਹ, ਫੈਮਿਨਸ, ਅਕਾਲ, ਇਰੈਗੂਲਰ ਰੇਨ ਪੈਟਰਨਸ, ਕਿਤੇ ਮੀਂਹ ਜ਼ਿਆਦਾ ਪੈ ਰਿਹਾ, ਕਿਤੇ ਥੋੜ੍ਹਾ ਪੈ ਰਿਹਾ, ਕਿਤੇ ਪੈ ਹੀ ਨਹੀਂ ਰਿਹਾ, ਕਿਤੇ ਬਹੁਤ ਜ਼ਿਆਦਾ ਪੈਣ ਲੱਗ ਗਿਆ ਹੈ ਨਾ। ਇਰੈਗੂਲਰ ਰੇਨ ਪੈਟਰਨਸ, ਇਨਕਰੀਜ਼ਿੰਗ ਸੀ ਲੈਵਲਸ ਐਂਡ ਵਾਟਰ ਸਕੇਰਸਿਟੀ ਆਰ ਐਟਰੀਬਿਊਟਿਡ ਟੂ ਗਲੋਬਲ ਵਾਰਮਿੰਗ। ਕਹਿੰਦੇ ਇਹ ਜਿਹੜੇ ਫਲੱਡਸ ਆ ਰਹੀਆਂ ਨੇ, ਅਕਾਲ ਪੈ ਰਿਹਾ ਹੈ, ਮੀਂਹ ਦਾ ਜਿਹੜਾ ਪੈਟਰਨ ਚੇਂਜ ਹੋ ਗਿਆ, ਸੀ ਲੈਵਲ ਇਨਕਰੀਜ਼ ਹੋ ਰਿਹਾ ਹੈ ਤੇ ਪਾਣੀ ਦੀ ਜਿਹੜੀ ਥੁੜ ਹੈਗੀ ਹੈ, ਪਾਣੀ ਘਟਦਾ ਜਾ ਰਿਹਾ ਪੀਣ ਵਾਲਾ, ਇਹ ਸਾਰਿਆਂ ਦੇ ਪਿੱਛੇ ਗਲੋਬਲ ਵਾਰਮਿੰਗ ਜ਼ਿੰਮੇਵਾਰ ਹੈ। ਸੋ ਸਾਰਿਆਂ ਨੂੰ ਸਾਨੂੰ ਸਾਵਧਾਨ ਹੋ ਜਾਣਾ ਚਾਹੀਦਾ ਹੈ ਤੇ ਇਸ ਤਰ੍ਹਾਂ ਦੇ ਕੰਮ ਨਹੀਂ ਕਰਨੇ ਚਾਹੀਦੇ ਜਿਹਦੇ ਨਾਲ ਗਲੋਬਲ ਵਾਰਮਿੰਗ ਵਧੇ। ਠੀਕ ਹੈ ਬੱਚਿਓ, ਆਓ ਅੱਗੇ ਚਲੀਏ। ਕੁਐਸਚਨ ਨੰਬਰ 10, ਡਿਸਕ੍ਰਾਈਬ ਦੀ ਥ੍ਰੈਟ ਟੂ ਦੀ ਬਿਊਟੀ ਆਫ ਦੀ ਤਾਜ ਮਹਿਲ। ਜੋ ਤਾਜ ਮਹਿਲ ਇੱਕ ਮੋਨੂਮੈਂਟ ਹੈ ਆਗਰਾ ਵਿੱਚ, ਉਹਦੀ ਜੋ ਸੁੰਦਰਤਾ ਹੈ ਉਹਨੂੰ ਇਸ ਵੇਲੇ ਜੋ ਖਤਰਾ ਹੈ ਉਹਦਾ ਵੇਰਵਾ ਦਿਓ। ਠੀਕ ਹੈ, ਓਕੇ। ਦੀ ਬਿਊਟੀ ਆਫ ਦੀ ਤਾਜ ਮਹਿਲ ਇਜ਼ ਥ੍ਰੈਟਨਡ ਬਾਈ ਮਾਰਬਲ ਕੈਂਸਰ ਐਂਡ ਡਿਸਕਲਰਿੰਗ ਆਫ ਦੀ ਵਾਈਟ ਮਾਰਬਲ ਆਫ ਦੀ ਤਾਜ। ਕਹਿੰਦੇ ਇਹ ਦੋ ਚੀਜ਼ਾਂ ਨੇ। ਕਹਿੰਦੇ ਜਿਹੜੀ ਤਾਜ ਮਹਿਲ ਦੀ ਸੁੰਦਰਤਾ ਹੈ ਇਹ ਦੋ ਚੀਜ਼ਾਂ ਦੇ ਕਰਕੇ ਖਤਰੇ ਵਿੱਚ ਪੈ ਗਈ ਹੈ। ਇੱਕ ਤੇ ਮਾਰਬਲ ਕੈਂਸਰ, ਸੰਗਮਰਮਰ ਦਾ ਕੈਂਸਰ ਕਹਿੰਦੇ ਨੇ, ਤੇ ਡਿਸਕਲਰਿੰਗ, ਤੇ ਉਹਦਾ ਜਿਹੜਾ ਵਾਈਟ ਮਾਰਬਲ ਹੈ ਉਹਦਾ ਰੰਗ ਚੇਂਜ ਹੋ ਰਿਹਾ। ਕਿੱਦਾਂ, ਇਹ ਦੇਖੋ। ਮਾਰਬਲ ਕੈਂਸਰ ਇਜ਼ ਕਾਜ਼ਡ ਬਾਈ ਐਸਿਡ ਰੇਨ। ਜੋ ਐਸਿਡ ਰੇਨ ਹੈ ਜਿਹਦੇ ਬਾਰੇ ਅਸੀਂ ਪਹਿਲੇ ਪੜ੍ਹਿਆ, ਠੀਕ ਹੈ, ਕਿ ਐਸਿਡ ਰੇਨ ਕਿੱਦਾਂ ਬਣਦੀ ਹੈ। ਇਟ ਇਜ਼ ਫਾਊਂਡ ਬਾਈ ਦੀ ਆਕਸਾਈਡਸ ਆਫ ਸਲਫਰ ਐਂਡ ਆਕਸਾਈਡਸ ਆਫ ਨਾਈਟ੍ਰੋਜਨ। ਪਾਣੀ ਨਾਲ ਮਿਕਸ ਕਰਕੇ ਉਹ ਫਿਰ ਸਲਫਿਊਰਸ ਐਸਿਡ ਬਣਦਾ, ਨਾਈਟ੍ਰਿਕ ਐਸਿਡ ਬਣਦਾ। ਠੀਕ ਹੈ, ਵਿਚ ਕੋਰੋਡਸ ਦੀ ਮਾਰਬਲ ਆਫ ਬਿਲਡਿੰਗਸ ਐਂਡ ਮੋਨੂਮੈਂਟਸ। ਇਹ ਜਿਹੜੇ ਬੱਚੇ ਐਸਿਡ ਰੇਨ ਡਿੱਗਦੀ ਹੈ, ਤੇਜ਼ਾਬ ਹੈ, ਉਹ ਤੇਜ਼ਾਬ ਫਿਰ ਕੀ ਕਰਦਾ ਹੈ, ਉਸ ਮਾਰਬਲ ਨੂੰ ਖੋਰਨਾ ਸ਼ੁਰੂ ਕਰ ਦਿੰਦਾ ਹੈ। ਠੀਕ ਹੈ, ਉਹਨਾਂ ਪਿਟਿੰਗ ਹੋ ਜਾਂਦੀ ਹੈ, ਉਸ ਨਿੱਕੇ ਨਿੱਕੇ ਟੋਏ ਬਣ ਜਾਂਦੇ ਨੇ। ਸਸਪੈਂਡਡ ਪਾਰਟੀਕੂਲੇਟ ਮੈਟਰ, ਜਿਹੜਾ ਹਵਾ ਵਿੱਚ ਲਟਕਿਆ, ਜਿਹੜੇ ਨਿੱਕੇ ਨਿੱਕੇ ਪਾਰਟੀਕਲਸ ਹੈਗੇ ਨੇ,
सच एज दी सूट पार्टिकल, सूट मैंने जी काले रंग की जी जिले जलदा है, रिफाइनरी जलदी है, कोला साड़ते हाँ तो काले काले जोड़े ऐश जी नहीं उड़ के जाती हवा में, वो कहते सूट पार्टिकल्स आर रिस्पोंसिबल फॉर द येलोइंग ऑफ द मार्बल। ਉਹਦੇ ਨਾਲ ਜਿਹੜਾ सूट पार्टिकल्स ने वो ਜਿਹੜਾ वाइट मार्बल है ਉਹਦਾ रंग येलो करी जा रहे हैं। ठीक है, आगे चलिए। दी इंडस्ट्रीज लोकेटेड, क्यों हो रहा है, दी इंडस्ट्रीज लोकेटेड इन एंड अराउंड आगरा, ਜਿਹੜੀਆਂ उद्योग ने आगरा ਵਿੱਚ ਤੇ आगरा ਦੇ ਲਾਗੇ ਛਾਗੇ ਕਿਹੜੇ ਕਿਹੜੇ, रबर प्रोसैसिंग, रबर की प्रोसैसिंग, कैमिकल्स, ऑटोमोबाइल एंड एस्पैशली दी मथुरा ऑयल रिफाइनरी, मथुरा ऑयल रिफाइनरी यह खास तौर पर हैव बीन प्रोड्यूसिंग पोल्यूटेंट्स लाइक ऑक्साइड्स ऑफ सल्फर एंड नाइट्रोजन। यह जी इंडस्ट्रियां ने ते रिफाइनरी है यह सल्फर ते नाइट्रोजन के ऑक्साइड पैदा कर रहे हैं। दी एसिड रेन दस फॉर्म, फिर एसिड रेन बन जाती है। इट कोरोड्स दी मार्बल ऑफ द मोन्यूमेंट, उन्होंने कोरोड कर देती है। सस्पेंडेड सूट पार्टिकल्स एमिटेड बाय मथुरा ऑयल रिफाइनरी, जो सूट पार्टिकल ने मथुरा ऑयल रिफाइनरी छड़ रही है, हैव कंट्रीब्यूटेड टुवर्ड्स द येलोइंग ऑफ द मार्बल। तो यह बच्चों कारण है कि ताजमहल की सुंदरता इस वेले खतरे च पई हुई है। तो सुप्रीम कोर्ट ने ये बारे दिशा निर्देश दिते हैं विच वी हैव टॉक्ड अबाउट इन नोट सैक्शन। वो ये कवर नहीं किया क्योंकि पूछा नहीं सी उन्होंने। ठीक है, आगे चलिए। ओके, दिस इज द लास्ट क्वेश्चन, क्वेश्चन नंबर 11। वाई डज द इंक्रीज्ड लेवल ऑफ न्यूट्रिएंट्स इन द वाटर अफेक्ट द सर्वाइवल ऑफ एक्वेटिक ऑर्गेनिजम्स। कहते पानी में ज़्यादा अगर असी पोषण तत्त दे दिए, पोषक तत्त पा दईए तो उन्होंने जोड़े पानी च रहने वाले जीव जंतु ने उन्होंने जीना मुश्किल हो जाएगा। कि उल्टी गल है ना, वो कहते पानी च भी जिन्नी खुराक चाहिए है, हुण देखो बच्चो यह बंदियां दे भी लागू होंदा है। कहते पुराने जमाने च बंदे घट खा के ज़्यादा मरते सी, खाण नूं नहीं मिलते, भुखे मर जाते सी। अजकल बंदे ज़्यादा खा के मर रहे हैं। वो ज़्यादा खा के किद्दां मर रहे हैं, वो पशु वांगू खांदे ने, काम कोई करते नहीं, वो फिर BP हो जाता है, हार्ट अटैक हो जाता है, फिर शुगर हो जाती है, तो नापी मरते हैं। इहो जिहे बंदियां दी गिनती बच्चो ज़्यादा खा के मरन वाले की गिनती ज़्यादा हो गई है। सो ना सानू ना ज़्यादा खाना चाहिए ना थोड़ा खाना चाहिए, संयम ना खाना चाहिए। सो इसी तरह कहते पानी दे विच न्यूट्रीएंट्स वधन दे नाल पानी विच जिहड़े जीव जंतु ने उन्हां दा जीना खतरे च किवें है। आओ देखिए। इंक्रीज लेवल ऑफ न्यूट्रीएंट्स इन दी वाटर सर्व्स टू नरिश एल्गे इन दी वाटर बॉडीज। जिहड़ी बच्चे बूटी हैगी है, तुसीं देखदे हो पिंडां विच जिहड़े बच्चे हैगे ने जाणदे ने, एल्गे एक बूटी है, वो बहुत ज़्यादा वध गई छप्पड़ां विच अजकल नज़र आती, पहला नज़र नहीं आती सी। ठीक है, इंक्रीज लेवल ऑफ न्यूट्रीएंट्स इन दी एल्गे इन दी वाटर सर्व्स टू नरिश एल्गे इन दी वाटर बॉडीज। जिले इंक्रीज लेवल ऑफ न्यूट्रीएंट्स जाएगा, वो न्यूट्रीएंट्स कित्थों जांदे ने बच्चों, वो जिहड़ा असीं ढेर पाने आ फर्टिलाइजर्स ते वीडीसाइड, वो सारा जिले पानी आंदा है ते मींह पैंदा है रुड़ के वो पौंड्स विच, झील विच ते नदियां विच जांदा है। तो फिर वो की होंगे बच्चों, खुराक उन्होंने जाती है, तो एल्गे फ्लोरिश होंगे ने, एल्गे खा के उन्होंने जी ग्रोथ है बहुत ज़्यादा वध जाती है। दिस कॉजेज एल्गे टू फ्लोरिश एज दीज एल्गे डाई, तो जो वह अपनी लाइफ पूरी करके मर जाते हैं, दे सर्व एज फूड फॉर डीकंपोजर लाइक बैक्टीरिया। हम मर गए तो इन्होंने डीकंपोजर जो बैक्टीरिया ने वो खपत करते हैं। पर होंदा कि इन दिस प्रोसैस अ लॉट ऑफ ऑक्सीजन इन दी वाटर बॉडी गैट्स यूज्ड अप। जी हवा पानी में ऑक्सीजन घुली होंगी वो सारी खपत हो जाती है। हम बच्चों जिथे ऑक्सीजन नहीं उसे जीवन नहीं है। दिस रिजल्ट्स इन अ डिक्रीज इन दी ऑक्सीजन लैवल, उन्ना फिर ऑक्सीजन लैवल पानी में घट जाता है, विच में किल एक्वेटिक ऑर्गेनिजम्स। वो फिर जोड़े पानी में रहने वाले दूजे जीव जंतु ने उन्होंने ऑक्सीजन नहीं मिलती तो वो मर जाते हैं। ठीक है, दस दी सर्वाइवल ऑफ एक्वेटिक ऑर्गेनिजम्स बिकम्स डिफिकल्ट। इस करके जोड़े पानी में रहने वाले जीव जंतु ने उन्हों का जो सर्वाइवल है, उन्हों का जो जीवन है वो मुश्किल हो जाता है। सो दिस इज हाउ इट वर्क्स। ठीक है प्यारे बच्चों, सो ये ही तुहाडा जिहड़ा यह लैसन है यह भी समाप्त होंदा है। यदी एक्सरसाइज के नाल तुहाडी हुण जिहड़ी 8th क्लास की नोटबुक है, ये 2 चैप्टर होर बचे ने, वो असी आने वाले समय में तुहाडे लई छेती ही लैके आवांगे। ते तुसी इसी तरह डट के मेहनत दे नाल, समर्पण दे नाल, निरंतरता दे नाल, अनुशासन दे नाल अपनी पढ़ाई करते रहो अते अगे वधदे रहो। अगले वीडियो तक लई गुड बाय। तुहाडा सारिਆਂ ਦਾ बहुत बहुत धन्यवाद। रब राखा। थैंक यू वेरी मच।